Sri Hare Krishna Manam Bahori Teg Bahadur Param Kirpala Ji Param Kirpala Sri Guru Gobind Singh Visala Tara par pone pone sisa Vaheguru pone pone sisa bandhan bar bar jagdisha ekankara Satguru te prasad sach hoye Vaheguru ji ki fateh विघ्न विनाशन सोय जिसमें अमृत ज्ञान है माणक भगति वैराग गुरु ग्रंथ साहिब उदद बंदों कर अनुराग कहाँ बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी। सतनाम श्री वाहिगुरु साहिब जी करहो सनात दास मोहि जानहो इतिहाद लिख गौतम ठानहो सुनत शाहते जयपुर राजा कहत भयो मैं करे हो काजा। वाहिगुरु जी का खालसा वाहिगुरु जी की फतेह। गरीब नवाज सतगुरु जी की साजी नवाजी गुरु रूप गुरु खालसा साध संगत जी आप जी अत्यंत वडभागे हो जो कि गुरु के पवित्र पावन चरण कमलों च हाजरियां भर के अपना जीवन सफला कर रहे हो। गुरु की पवित्र पावन गुरबाणी ਸੋਦਰ ਰਾਜ ਸਾਹਿਬ ਜੀ ਦੇ ਪਾਠ ਆਰਤੀਆਂ ਤੇ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਸਤਿਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜੀਏ। ਜਦੋਂ 8ਵੇਂ ਪਾਤਸ਼ਾਹ ਨੂੰ ਦਿੱਲੀ ਸੱਦਣ ਦੀ ਪ੍ਰੇਰਣਾ ਬਾਬੇ ਰਾਮ ਰਾਏ ਨੇ ਔਰੰਗਜ਼ੇਬ ਨੂੰ ਦੇ ਦਿੱਤੀ ਤਾਂ ਔਰੰਗਜ਼ੇਬ ਦੇ ਮਨ ਵਿੱਚ ਵੀ ਉਤਕੰਠਾ ਜਾਗ ਪਈ ਵੀ 8ਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਚਾਹੀਦੇ ਹੈ, ਉਹਨਾਂ ਦੀਆਂ ਸ਼ਕਤੀਆਂ ਕਰਾਮਾਤਾਂ ਵੀ ਦੇਖਣੀਆਂ ਚਾਹੀਦੀਆਂ ਹਨ। ਇਸ ਕੰਮ ਲਈ ਰਾਜਾ ਜੈ ਸਿੰਘ ਨੂੰ ਚੁਣਿਆ ਗਿਆ। ਰਾਜਾ ਜੈ ਸਿੰਘ ਕੁਸ਼ਵਾਹਾ ਜੋ ਜੈਪੁਰ ਦਾ ਹੀ ਰਾਜਾ ਸੀ। ਜੈਪੁਰ ਦੇ 2 ਰਾਜੇ ਹੋਏ ਹੈ ਜਿਨ੍ਹਾਂ ਦਾ ਆਪਸ ਵਿੱਚ 40-50 ਸਾਲ ਦਾ ਫਰਕ ਹੈ। ਇੱਕ 8ਵੇਂ ਪਾਤਸ਼ਾਹ ਦੇ 7ਵੇਂ ਪਾਤਸ਼ਾਹ ਦੇ ਸਮੇਂ ਹੋਇਆ ਤੇ ਦੂਸਰਾ 10ਵੇਂ ਪਾਤਸ਼ਾਹ ਤੋਂ ਵੀ ਬਾਅਦ ਸਮਾਂ ਥੋੜਾ ਜਿਹਾ ਉਹਦਾ ਇੱਕ ਕਾਲ ਆਉਂਦਾ। ਇਸ ਕਰਕੇ 2 ਜੈ ਸਿੰਘ ਹੋਏ ਨੇ, ਪਰ ਪਹਿਲਾ ਜੋ ਸੀ ਉਸ ਨੂੰ ਕੁਸ਼ਵਾਹਾ ਰਾਜਾ ਜੈ ਸਿੰਘ ਕਹਿੰਦੇ ਸੀ, ਦੂਜੇ ਨੂੰ ਸਵਾਈ ਕਹਿੰਦੇ ਸੀ। ਕਵੀ ਜੀ ਨੇ ਇੱਥੇ ਜੈ ਸਿੰਘ ਸਵਾਈ ਕਿਉਂਕਿ ਉਹਨਾਂ ਦੀ ਆਲ ਪੈ ਚੁੱਕੀ ਸੀ, ਪ੍ਰਸਿੱਧ ਸੀ, ਉਹ ਲਿਖ ਦਿੱਤਾ ਹੈ, ਪਰ ਵੈਸੇ ਉਹ ਕੁਸ਼ਵਾਹਾ ਰਾਜਾ ਸੀ। ਉਸ ਰਾਜੇ ਦੀ ਡਿਊਟੀ ਲੱਗੀ ਗੁਰੂ ਸਾਹਿਬ ਨੂੰ ਦਿੱਲੀ ਸੱਦਣ ਵਾਸਤੇ। ਸੋ ਉਹ ਕਥਾ ਆਪ ਜੀ ਪ੍ਰੇਮ ਨਾਲ ਸਰਵਣ ਕਰੋ। ਮਹਾਰਾਜ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੋ ਸਨਾਤ ਦਾਸ ਮੋਹਿ ਜਾਨਹੁ ਕਹਿੰਦੇ ਮਹਾਰਾਜ ਦੇ ਚਰਨਾਂ 'ਚ ਇਸ ਤਰ੍ਹਾਂ ਦੀ ਬੇਨਤੀ ਲਿਖ ਕੇ ਭੇਜ ਕਿ ਮਹਾਰਾਜ ਕਿਰਪਾ ਕਰਕੇ ਸਾਨੂੰ ਦਰਸ਼ਨ ਦੇਣ ਆਪਣੇ ਸੇਵਕ ਸਮਝ ਕੇ। ਇਤਿਆਦਿਕ ਲਿਖ ਬਿਓ ਤੁਮ ਠਾਨਹੁ ਇਸ ਤਰ੍ਹਾਂ ਦੀ ਰਾਜਾ ਜੈ ਸਿੰਘ ਜੀ ਤੁਸੀਂ ਚਿੱਠੀ ਲਿਖੋ ਗੁਰੂ ਸਾਹਿਬ ਵੱਲ। ਸੁਨਤ ਸ਼ਾਹਤੇ ਜੈਪੁਰ ਰਾਜਾ ਬਾਦਸ਼ਾਹ ਔਰੰਗਜ਼ੇਬ ਦਾ ਹੁਕਮ ਸੁਣ ਕੇ ਜੈਪੁਰ ਦਾ ਰਾਜਾ ਜੈ ਸਿੰਘ ਕਹਿਤ ਭਇਓ ਮੈਂ ਕਰੇ ਹੋ ਕਾਜਾ। ਕਹਿਣ ਲੱਗਾ ਠੀਕ ਹੈ ਮਹਾਰਾਜ ਆਪ ਦਾ ਜਿਵੇਂ ਹੁਕਮ ਹੈ ਜਾਂ ਪਨਾਹ ਮੈਂ ਕਰਾਂਗਾ ਤੇ ਗੁਰੂ ਸਾਹਿਬ ਜੀ ਦੀ ਸੇਵਾ ਦਾ ਵੀ ਮੈਨੂੰ ਮੌਕਾ ਮਿਲੇਗਾ। ਜਿਤਕ ਸੇਵ ਮੁਝ ਤੇ ਬਨ ਜਾਹਿ ਜਿੰਨੀ ਕਿ ਸੇਵਾ ਮੇਰੇ ਤੋਂ ਹੋ ਸਕੀ ਗੁਰੂ ਸਾਹਿਬ ਜੀ ਦੀ ਉਹ ਮੈਂ ਕਰਾਂਗਾ ਵੱਧ ਚੜ ਕੇ। ਤਿਤਕ ਭਲੋ ਸਤ ਗੁਰ ਕਰਦਾ ਹੈ ਉਹਨਾਂ ਹੀ ਗੁਰੂ ਸਾਹਿਬ ਮੇਰਾ ਭਲਾ ਕਰ ਦੇਣਗੇ। ਇੱਕ ਤਾਂ ਕਹਿਨ ਆਪ ਕੋ ਭਇਓ ਇੱਕ ਤਾਂ ਸ਼ਹਿਨशाह ਤੁਸੀਂ ਮੈਨੂੰ ਡਿਊਟੀ ਲਾਈ ਹੈ, ਮੇਰਾ ਤੁਸੀਂ ਇਹ ਜ਼ਿੰਮਾ ਲਾਇਆ ਹੈ
ਇਹ ਕਾਰਜ ਮੇਰੇ ਜੁਮੇ ਛੱਡਿਆ ਹੈ। ਦੁਤੀਏ ਸੇਵ ਕਰ ਦਰਸ਼ਨ ਲਇਓ। ਦੂਸਰਾ, ਮੈਂ ਵੀ ਉਹਨਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਂਗਾ, ਉਹਨਾਂ ਦੀ ਸੇਵਾ ਕਰਾਂਗਾ ਤੇ ਮੇਰਾ ਵੀ ਭਲਾ ਹੋਵੇਗਾ। ਕਿਰਪਾ ਕਰਹਾਂਗੇ ਬਰ ਕੋ ਦਹਿ। ਉਹ ਕਿਰਪਾ ਕਰਕੇ ਮੈਨੂੰ ਕੋਈ ਵਰ ਦੇਣਗੇ, ਕਿਉਂਕਿ ਮਹਾਂਪੁਰਸ਼ ਜਿਹੜੇ ਹੁੰਦੇ ਆ ਹਮੇਸ਼ਾ ਦਿਆਲੂ ਤੇ ਕਿਰਪਾਲੂ ਹੁੰਦੇ ਹਨ। ਸਤਿਗੁਰੂ ਸਭਨਾਂ ਦਾ ਭਲਾ ਮਨਾਏਦਾ, ਉਹਦੇ ਸਾਰੀ ਦੁਨੀਆ ਦਾ ਹੀ ਭਲਾ ਮੰਗਦੇ ਆ। ਐਸੇ ਸਤਿਗੁਰੂ ਕੋਈ ਨਾ ਕੋਈ ਸੇਵਾ ਦਾ ਫਲ ਵੀ ਜ਼ਰੂਰ ਦਿੰਦੇ ਆ। ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋਈ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਗੁਰੂ ਮਹਾਰਾਜ ਦੀ ਸੇਵਾ ਕੀਤੀ ਬਿਰਥੀ ਨਹੀਂ ਜਾਂਦੀ। ਜਾਂ ਤੇ ਹਮ ਸਭ ਰੀਤ ਰਜਾਹਾਂ। ਇਸ ਤਰ੍ਹਾਂ ਅਸੀਂ ਹਰ ਤਰੀਕੇ ਨਾਲ ਮਹਾਰਾਜ ਦੀ ਸੇਵਾ ਕਰਾਂਗੇ। ਰਾਜਾ ਜੈ ਸਿੰਘ ਕਹਿੰਦਾ ਤੇ ਸਤਿਗੁਰੂ ਜੀ ਨੂੰ ਪ੍ਰਸੰਨ ਕਰਾਂਗੇ, ਖੁਸ਼ ਕਰਾਂਗੇ। ਆਏ ਆਪਕੇ ਨਿਕਟ ਜ਼ਰੂਰ। ਔਰ ਗੁਰੂ ਸਾਹਿਬ ਜੇ ਮਹਾਰਾਜ ਈਸ਼ਵਰ ਨੂੰ ਮਨਜ਼ੂਰ ਹੋਇਆ ਤੇ ਜ਼ਰੂਰ ਦਿੱਲੀ ਵਿੱਚ ਤੁਹਾਡੇ ਕੋਲ ਆਉਣਗੇ। ਦਿੱਲੀ ਦੇ ਵਿੱਚ ਆਪਣੇ ਪਵਿੱਤਰ ਚਰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜ਼ਰੂਰ ਪਾਉਣਗੇ। ਸੁਨਿਓ ਸੋ ਤਿਨ ਦੇਖੇ ਦੁਖ ਦੂਰ। ਸੋ ਜਿਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਦੂਰ ਹੁੰਦੇ ਨੇ, ਬੜੇ ਮਹਾਂਪੁਰਸ਼ ਨੇ, ਗੁਰੂ ਨਾਨਕ ਦਾ ਰੂਪ ਨੇ, 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਅਦਿਕ ਪ੍ਰਤਾਪ ਤਿਨ ਹੋ ਕੋ ਅਹ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਬੜੀ ਵੱਡੀ ਮਹਿਮਾ ਹੈ, ਬੜਾ ਪ੍ਰਤਾਪ ਹੈ ਉਹਨਾਂ ਦਾ। ਨਰ ਸਮੁਦਾਇ ਜਹਾਂ ਕਹਿ। ਜਿੱਥੇ ਕਿਥੇ ਹਿੰਦੂ ਮੁਸਲਮਾਨ ਇਸਤਰੀ ਪੁਰਸ਼ ਵੱਡੇ ਛੋਟੇ ਸਭ ਉਹਨਾਂ ਦਾ ਜਸ ਕਰਦੇ ਨੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇਵ ਜੀ ਤਾਂ ਸਾਰੀ ਦੁਨੀਆ ਦੇ ਗੁਰੂ ਹਨ। ਉਹਨਾਂ ਦਾ ਜੋ 8ਵਾਂ ਰੂਪ ਹਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਉਹਨਾਂ ਦੇ ਦਰਸ਼ਨ ਕਰਕੇ ਦਿੱਲੀ ਦੇ ਲੋਕ ਧੰਨ ਭਾਗੀ ਹੋ ਜਾਣਗੇ। ਐਮ ਬਿਰਤਾਂਤ ਪਾ ਸਭਾ ਮਚਾਰ। ਇਸ ਤਰ੍ਹਾਂ ਬਾਦਸ਼ਾਹ ਦੀ ਕਚਹਿਰੀ ਵਿੱਚ ਗੱਲਬਾਤ ਹੋਈ ਹੈ। ਰਾਜਾ ਜੈ ਸਿੰਘ ਦੀ ਡਿਊਟੀ ਲੱਗ ਗਈ ਹੈ ਕਿ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਸੱਦੇਗਾ। ਠਹਰੀ ਠੀਕ ਹੈ ਕਾਰਣਕਾਰ। ਇਹ ਗੱਲ ਪੱਕਾ ਹੋ ਗਈ ਹੈ, ਇਹ ਫੈਸਲਾ ਹੋ ਗਿਆ ਕਚਹਿਰੀ ਦੇ ਵਿੱਚ ਵੀ ਗੁਰੂ 8ਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਦਿੱਲੀ ਜ਼ਰੂਰ ਸੱਦਣਾ ਚਾਹੀਦਾ ਹੈ। ਔਰ ਬਾਦਸ਼ਾਹ ਦੀ ਇਹ ਤਮੰਨਾ ਹੈ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਾਂ। ਹਾਲਾਂਕਿ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਦਰਸ਼ਨ ਨਹੀਂ ਦਿੱਤੇ, ਜ਼ੋਰ ਉਹਨੇ ਬੜਾ ਲਾਇਆ, ਪਰ ਮਹਾਰਾਜ ਦਾ ਪਰਣ ਸੀਗੇ ਪਾਪੀ ਮਲੇਸ਼ ਦੁਸ਼ਟ ਬੰਦਾ ਜਿਹੜਾ ਆਪਣੇ ਧਰਮ ਈਮਾਨ ਤੋਂ ਗਿਰਿਆ ਹੋਇਆ ਹੈ। ਉਹਦੇ ਮੱਥੇ ਲੱਗਣਾ ਨਹੀਂ, ਉਹਦੇ ਦਰਸ਼ਨ ਕਰਨੇ ਨਹੀਂ, ਉਹਨੂੰ ਦਰਸ਼ਨ ਦੇਣੇ ਨਹੀਂ। ਪਰ ਬਾਦਸ਼ਾਹ ਔਰੰਗਜ਼ੇਬ ਅੜੀ ਤੇ ਅੜਿਆ ਰਿਹਾ ਅਖੀਰ ਤੱਕ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ। ਗੁਰੂ ਸਾਹਿਬ ਤਾਂ ਜੋਤੀ ਜੋਤ ਸਮਾਨ ਤੋਂ ਬਾਅਦ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ। ਉਹ ਮਹਾਰਾਜ ਦੇ ਸਰੀਰ ਦੇ ਦਰਸ਼ਨ ਕਰਨ ਗਿਆ ਸੀ ਬਾਲਾ ਸਾਹਿਬ, ਪਰ ਉੱਥੇ ਦਰਸ਼ਨ ਨਹੀਂ ਹੋਏ। ਅੱਗੇ ਸਾਰੀ ਕਥਾ ਆਉਣੀ ਹੈ। ਸੋ ਬਾਦਸ਼ਾਹ ਔਰੰਗਜ਼ੇਬ ਦੇ ਅੰਦਰ ਇੱਛਾ ਹੈ ਵੀ ਮੈਂ 8ਵੇਂ ਪਾਤਸ਼ਾਹ ਦੇ ਦਰਸ਼ਨ ਕਰਾਂ। ਉਠਿਓ ਸ਼ਾਹੋ ਅੰਤఃਪੁਰ ਗਇਓ। ਬਾਦਸ਼ਾਹ ਇਹ ਫੈਸਲਾ ਕਰਕੇ ਵੀ 8ਵੇਂ ਪਾਤਸ਼ਾਹ ਨੂੰ ਦਿੱਲੀ ਬੁਲਾਓ, ਆਪਣੇ ਮਹਿਲਾਂ ਵਿੱਚ ਚਲਾ ਗਿਆ। ਅਪਰ ਸਰਬਦਰ ਗਹਿ ਨਿਕਸਇਓ। ਬਾਕੀ ਸਾਰੇ ਆਪਣੇ ਆਪਣੇ ਘਰਾਂ ਨੂੰ, ਕਿਲੇ ਵਿੱਚੋਂ ਜਿੰਨੇ ਵੀ ਕਚਹਿਰੀ ਦੇ ਵਿੱਚ ਅਫਸਰ ਆਉਂਦੇ ਸਨ, ਉਹ ਸਾਰੇ ਕਾਜੀ ਮੁਲਾਣੇ, ਉਮਰਾਵ, ਨਵਾਬ, ਖਾਨ ਬਹਾਦਰ, ਵੱਡੇ ਛੋਟੇ ਸਭ ਆਪਣੇ ਆਪਣੇ ਟਿਕਾਣਿਆਂ ਨੂੰ ਚਲੇ ਗਏ। ਆਪ ਆਪਣੇ ਪਹੁੰਚੇ ਡੇਰੇ। ਆਪਣੇ ਆਪਣੇ ਘਰਾਂ 'ਚ ਜਾ ਕੇ ਆਰਾਮ ਕੀਤਾ ਸਾਰਿਆਂ ਨੇ। ਚੜ ਚੜ ਸਿਵਕਾ ਸ਼ਬਦ ਵਧੇਰੇ। ਸੋਹਣੀਆਂ ਸੋਹਣੀਆਂ ਪਾਲਕੀਆਂ ਤੇ ਚੜ ਕੇ ਆਪਣੀਆਂ ਆਪਣੀਆਂ ਸਵਾਰੀਆਂ 'ਚ ਬਹਿ ਕੇ ਸਾਰੇ ਅਫਸਰ ਚਲੇ ਗਏ ਹਨ। ਕੋ ਸ਼੍ਰੀ ਰਾਮ ਰਾਏ ਕਹਨੀਕਾ। ਕੋਈ ਗੱਲਾਂ ਕਰ ਰਹੇ ਨੇ ਲੋਕ, ਕਚਹਿਰੀ ਜਿਹੜੀ ਗੱਲਬਾਤ ਹੋਈ ਹੈ ਉਸ ਗੱਲ ਤੇ ਆਪੋ ਆਪਣਾ ਪ੍ਰਤੀਕਰਮ ਕਰਦੇ ਨੇ। ਕੁਝ ਕਹਿੰਦੇ ਆ ਵੀ ਰਾਮ ਰਾਏ ਚੰਗਾ ਹੈ, ਕਰਾਮਾਤ ਸਾਹਿਬ ਸ਼ੁਭ ਟੀਕਾ। ਕਰਾਮਾਤਾਂ ਦਾ ਮਾਲਕ ਹੈ ਬਾਬਾ ਰਾਮ ਰਾਏ ਜੀ, ਬੜੀਆਂ ਸ਼ਕਤੀਆਂ ਨੇ, ਗੁਰੂ ਦਾ ਵੱਡਾ ਪੁੱਤਰ ਹੈ। ਕੋ ਕਹਿ ਆਛੋ ਨਹਿ ਇਨਕੀਨਾ। ਤੇ ਕੁਝ ਕਹਿੰਦੇ ਆ ਵੀ ਭਾਵੇਂ ਵੱਡਾ ਪੁੱਤਰ ਹੈ ਗੁਰੂ ਦਾ, ਪਰ ਕੰਮ ਇਹਨੇ ਚੰਗਾ ਨਹੀਂ ਕੀਤਾ। ਆ ਜਿਹੜੀ ਗੱਲ ਅੱਜ ਕੀਤੀ ਹੈ ਕਚਹਿਰੀ ਵਿੱਚ, ਛੋਟੇ ਭਰਾ ਨੂੰ ਜਿਹਦੀ ਉਮਰ 5 ਸਾਲ ਦੀ ਹੈ, ਉਸ ਨੂੰ ਬਾਦਸ਼ਾਹ ਦੀ ਕਚਹਿਰੀ 'ਚ ਬੁਲਾਉਣਾ ਤੇ ਦਿੱਲੀ ਆਉਣ ਦੀ ਮਜਬੂਰ ਕਰਨਾ, ਇਹ ਜਿਹੜੀ ਸਾਜ਼ਿਸ਼ ਬਾਬੇ ਰਾਮ ਰਾਏ ਨੇ ਘੜੀ ਹੈ,
ਇਹ ਚੰਗਾ ਕੰਮ ਨਹੀਂ ਓ ਕੀਤਾ। ਅਨਜ ਸੰਗ ਦਵੈਸ਼ ਜੋ ਰਚ ਲੀਨਾ। ਆਪਣੇ ਛੋਟੇ ਭਾਈ ਦੇ ਨਾਲ ਦਵੈਸ਼ ਕਰ ਰਿਹਾ, ਜਿਹੜਾ ਕਿ ਸਾਧੂ ਹੈ, ਛੋਟੀ ਉਮਰ ਦਾ, ਬਾਲ ਅਵਸਥਾ ਦਾ ਹੈ, ਜਿਸ ਗੁਰੂ ਦੀ ਉਮਰ 5-5.5 ਸਾਲ ਦੀ ਹੈ, ਉਸ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਦੇ ਵਿੱਚ ਬੁਲਾ ਰਿਹਾ ਹੈ। ਔਰੰਗਜ਼ੇਬ ਤੇ ਰਾਮ ਰਾਏ, ਇਹ ਕੰਮ ਠੀਕ ਨਹੀਂ ਹੋ ਰਿਹਾ। ਦਈ ਪਿਤਾ ਨੇ ਜਿਸ ਵਡਿਆਈ। ਪਿਤਾ ਨੇ ਜਿਸ ਪੁੱਤਰ ਨੂੰ ਵਡਿਆਈ ਦੇਣੀ ਸੀ ਸੋ ਦੇ ਦਿੱਤੀ। ਇਹ ਤਾਂ ਹੁਣ ਪਿਤਾ ਦੀ ਮਰਜ਼ੀ ਸੀ ਨਾ, ਉਹ ਆਪਣੇ ਛੋਟੇ ਪੁੱਤਰ ਨੂੰ ਗੱਦੀ ਦਵੇ ਜਾਂ ਵੱਡੇ ਨੂੰ ਦਵੇ ਜਾਂ ਕਿਸੇ ਹੋਰ ਸੇਵਕ ਨੂੰ ਗੱਦੀ ਦਵੇ, ਇਹ ਤਾਂ ਗੁਰੂ ਦੀ ਮਰਜ਼ੀ ਸੀ। ਸੌਪਿਓ ਸਭ ਸਮਾਜ ਸਮੁਦਾਇ। ਸਤਿਗੁਰੂ ਜੀ ਨੇ ਆਪਣਾ ਸਾਰਾ ਰਾਜ ਸਾਜ ਆਪਣੇ ਛੋਟੇ ਪੁੱਤਰ ਨੂੰ ਸਪੁਰਦ ਕਰ ਦਿੱਤਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ ਹੈ। ਸ਼੍ਰੀ ਹਰਿਕ੍ਰਿਸ਼ਨ ਰੂਪ ਜਨ ਬਾਲਕ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਜਿਨ੍ਹਾਂ ਦੀ ਉਮਰ ਅਜੇ ਬਹੁਤ ਛੋਟੀ ਬਾਲ ਅਵਸਥਾ ਹੈ, ਬਾਲ ਰੂਪ ਦੇ ਵਿੱਚ ਦਰਸ਼ਨ ਦੇ ਰਹੇ 5.5 ਸਾਲ ਦੇ ਹਨ। ਤਿੰਨ ਧੂਤੀ ਕੀ ਨਸ ਤਤਕਾਲਕ। ਬਾਬੇ ਰਾਮ ਰਾਏ ਨੇ ਉਹਨਾਂ ਦੇ ਖਿਲਾਫ ਚੁਗਲੀ ਕੀਤੀ ਹੈ। ਇਹ ਕੰਮ ਚੰਗਾ ਨਹੀਂ ਕੀਤਾ। ਭਾਈ ਹੋਵੇ ਤੇ ਇਦਾਂ ਕਰੇ। ਇਸ ਤਰ੍ਹਾਂ ਭਾਈਆਂ ਨੂੰ ਭਾਈਆਂ ਨਾਲ ਵੈਰ ਵਿਰੋਧ ਨਹੀਂ ਰੱਖਣਾ ਚਾਹੀਦਾ। ਸ਼ਾਹ ਸਿਕਾਇਓ ਇਹਾਂ ਹਕਾਰੋ। ਬਾਦਸ਼ਾਹ ਨੂੰ ਬਾਬਾ ਰਾਮ ਰਾਏ ਜੀ ਨੇ ਜਿਹੜੀ ਪੱਟੀ ਪੜ੍ਹਾ ਦਿੱਤੀ ਹੈ, ਉਹ ਬੜੀ ਗਲਤ ਪੱਟੀ ਪੜ੍ਹਾਈ ਹੈ। ਬਾਦਸ਼ਾਹ ਨੂੰ ਸਿਖਾਇਆ ਹੈ ਕਿ ਸਤਿਗੁਰੂ ਜੀ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦਿਆ ਜਾਵੇ ਕਰਾਮਾਤ ਸਭ ਪੰਤ ਨਿਹਾਰੋ। ਤੇ ਗੁਰੂ ਸਾਹਿਬ ਦੀ ਕਰਾਮਾਤ ਵੇਖਣੀ ਚਾਹੁੰਦਾ ਹੈ ਬਾਦਸ਼ਾਹ। ਇਹ ਗੱਲ ਵੀ ਚੰਗੀ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਜੋ ਹਨ ਉਹ ਕਰਾਮਾਤ ਦਿਖਾਉਣ ਦੇ ਹੱਕ ਵਿੱਚ ਨਹੀਂ ਹਨ। ਕਰਾਮਾਤ ਦਿਖਾਉਣ ਨੂੰ ਉਹ ਕਹਿਰ ਕਹਿੰਦੇ ਹਨ। ਹਾਲਾਂਕਿ ਉਹਨਾਂ ਦੇ ਘਰ ਵਿੱਚ ਕਰਾਮਾਤਾਂ ਦੇ ਢੇਰਾਂ ਦੇ ਢੇਰ ਖਜ਼ਾਨੇ ਭਰੇ ਪਏ, ਬੇਅੰਤ ਸ਼ਕਤੀ ਦੇ ਮਾਲਕ ਹਨ ਉਹ। ਗੁਰੂ ਨਾਨਕ ਸਾਹਿਬ ਦੀ ਗੱਦੀ ਹੈ, ਸਭ ਤੋਂ ਵੱਡੀ ਹੈ, ਪਰ ਕਰਾਮਾਤ ਨੂੰ ਕਹਿਰ ਸਮਝਦੇ ਹਨ। ਉਹ ਕਹਿੰਦੇ ਪਰਮੇਸ਼ਰ ਦਾ ਭਾਣਾ ਮੰਨੋ, ਉਹਦੀ ਰਜ਼ਾ ਵਿੱਚ ਰਾਜੀ ਰਹੋ। ਇਹ ਉਹਨਾਂ ਦਾ ਸਿਧਾਂਤ ਹੈ, ਉਹਨਾਂ ਦਾ ਇਹ ਉਪਦੇਸ਼ ਹੈ ਜੋ ਆਪਣੇ ਸਿੱਖਾਂ ਨੂੰ ਵੀ ਦਿੰਦੇ ਹਨ। ਪਰ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਦੇ ਮਨ ਵਿੱਚ ਜਿਹੜੀ ਕਰਾਮਾਤ ਵੇਖਣ ਦੀ ਚਾਹਨਾ ਜਗਾਈ ਹੋਈ ਹੈ, ਉਹ ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਮਜਬੂਰ ਕਰੇਗਾ। ਅਬਲਾ ਬਾਲਕ ਰੂਪ ਸਹਾਈ। ਅਜੇ ਤੱਕ 8ਵੇਂ ਪਾਤਸ਼ਾਹ ਜੀ ਬਾਲ ਰੂਪ ਦੇ ਵਿੱਚ ਹਨ, ਬਹੁਤ ਛੋਟੀ ਉਮਰ ਹੈ ਉਹਨਾਂ ਦੀ। ਇਸ ਕੇ ਸਾਥ ਨਾ ਚਾਹੇ ਖਟਿਆਈ। ਤੇ ਸ੍ਰੀ ਰਾਮ ਰਾਏ ਜੀ ਨੂੰ ਚਾਹੀਦਾ ਵੀ ਆਪਣੇ ਛੋਟੇ ਭਾਈ, ਜਿਨ੍ਹਾਂ ਦੀ ਉਮਰ ਹੀ ਬਹੁਤ ਛੋਟੀ ਹੈ, ਉਹਨਾਂ ਦੇ ਨਾਲ ਖੁਟਿਆਈ ਨਹੀਂ ਕਰਨੀ ਚਾਹੀਦੀ, ਬਲਕਿ ਵੱਡਾ ਭਰਾ ਤਾਂ ਪਿਓ ਦੀ ਥਾਂ ਤੇ ਹੁੰਦਾ ਹੈ। ਜਿਵੇਂ ਆਪਣੇ ਬੱਚਿਆਂ ਦੀ ਪਾਲਣਾ ਕਰੀਦੀ ਹੈ, ਇਸ ਤਰ੍ਹਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਰਾਮ ਰਾਏ ਜੀ ਨੂੰ ਪਾਲਣਾ ਕਰਨੀ ਚਾਹੀਦੀ ਹੈ। ਤਈ ਪਿਤਾ ਨੇ ਵਸਤ ਸੰਭਾਰੀ। ਪਿਤਾ ਨੇ ਸਾਰਾ ਕੁਝ ਛੋਟੇ ਭਾਈ ਨੂੰ ਦੇ ਦਿੱਤਾ ਹੈ, ਆਪਣੇ ਹੁੰਦਿਆਂ ਸੰਭਾਲ ਦਿੱਤਾ ਹੈ। ਹਰੀ ਨਹੀਂ ਕਹਤੇ ਬਲ ਧਾਰੀ। ਔਰ ਇਹ ਜਿਹੜੀ ਗੁਰਿਆਈ ਗੱਦੀ ਉਹਨਾਂ ਨੂੰ ਮਿਲ ਚੁੱਕੀ ਹੈ, ਇਹ ਕਿਸੇ ਜ਼ਬਰਦਸਤੀ ਜ਼ੋਰ ਨਾਲ ਕੋਈ ਵੀ ਨਹੀਂ ਜਾ ਸਕਦੀ। ਜੇ ਕੋਈ ਕਵੇ ਵੀ ਮੈਂ ਗੱਦੀ ਖੋਹ ਲਵਾਂਗਾ ਕਿਸੇ ਤਾਕਤ ਨਾਲ, ਕਿਸੇ ਸਿਆਣਪ ਨਾਲ, ਤਾਂ ਗੱਦੀ ਜਿਸ ਨੂੰ ਮਿਲ ਚੁੱਕੀ ਹੈ ਉਹਨਾਂ ਕੋਲ ਹੀ ਰਹੇਗੀ। ਇਹ ਗੱਦੀ ਨੂੰ ਹੋਰ ਕੋਈ ਨਹੀਂ ਹਥਿਆ ਸਕਦਾ। ਸ਼੍ਰੀ ਹਰਿ ਰਾਏ ਹਿਰਦੇ ਰਸ ਆਈ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬਾਬੇ ਰਾਮ ਰਾਏ ਜੀ ਨਾਲ ਨਾਰਾਜ਼ ਹੋ ਗਏ ਸਨ, ਕਿਉਂਕਿ ਬਾਬੇ ਰਾਮ ਰਾਏ ਜੀ ਨੇ ਗੁਰਬਾਣੀ ਦੀ ਤੁਕ ਉਲਟਾ ਦਿੱਤੀ ਸੀ। ਮਿੱਟੀ ਮੁਸਲਮਾਨ ਕੀ ਦੀ ਥਾਂ ਤੇ ਬੇਈਮਾਨ ਕੀ ਪੜ੍ਹ ਦਿੱਤਾ ਸੀ। ਬਾਦਸ਼ਾਹ ਨੂੰ ਖੁਸ਼ ਕਰਨ ਦੇ ਲਈ ਐਸੀ ਭੁੱਲ ਕੀਤੀ ਸੀ। ਗੁਰੂ ਸਾਹਿਬ ਜੀ ਨੇ ਰਾਮ ਰਾਏ ਨੂੰ ਇਸ ਕਰਕੇ ਆਪਣੇ ਦਰ ਤੋਂ ਵੱਖਰਾ ਕਰ ਦਿੱਤਾ ਹੈ। ਆਏ ਨਾ ਹਮਕੋ ਮੁਖ ਦਿਖਲਾਈ। 7ਵੇਂ ਪਾਤਸ਼ਾਹ ਨੇ ਕਹਿ ਦਿੱਤਾ ਵੀ ਰਾਮ ਰਾਏ ਸਾਡੇ ਕੋਲ ਨਾ ਆਵੇ ਤੇ ਨਾ ਸਾਨੂੰ ਆਪਣਾ ਮੂੰਹ ਵਿਖਾਵੇ। ਇਸ ਮਹਿ ਦੋਸ਼ ਤਿਨ ਹੋ ਕੋ ਕਹਾ। ਇਹਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਕੀ ਕਸੂਰ ਹੈ? ਗਲਤੀ ਤਾਂ ਬਾਬੇ ਰਾਮ ਰਾਏ ਦੀ ਹੈ ਤੇ ਆਪਣੇ ਪਿਤਾ ਤੋਂ ਆਪਣੀ ਗਲਤੀ ਕਰਕੇ ਉਹ ਖਾਰਜ ਹੋਏ ਨੇ। ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਤੇ ਜੋ ਦੋਸ਼ ਲਾ ਰਿਹਾ, ਉਹਨਾਂ ਨਾਲ ਈਰਖਾ ਕਰ ਰਿਹਾ ਰਾਮ ਰਾਏ,
ਤਾਂ ਇਹ ਗੱਲ ਬਾਬੇ ਰਾਮ ਰਾਏ ਦੀ ਗਲਤ ਹੈ। ਜਿਨ ਸੋ ਦੁਆਸ਼ ਰਚਤ ਹੈ ਮਹਾ। ਆਪਣੇ ਛੋਟੇ ਭਾਈ ਨਾਲ ਉਹ ਦਵੈਸ਼ ਕਰ ਰਿਹਾ। ਹਾਲਾਂਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਤਾਂ ਰਾਮ ਰਾਏ ਦਾ ਕੋਈ ਨੁਕਸਾਨ ਨਹੀਂ ਕੀਤਾ। ਰਾਮ ਰਾਏ ਨੇ ਆਪਣੀ ਗਲਤੀ ਕਰਕੇ ਆਪਣਾ ਨੁਕਸਾਨ ਕਰਾ ਲਿਆ ਹੈ। ਜੇ ਕਿਤੇ ਗੁਰਬਾਣੀ ਦੀ ਤੁਕ ਨਾ ਉਲਟਾਉਂਦਾ, ਗੁਰੂ ਦੇ ਭਾਣੇ ਵਿੱਚ ਰਹਿੰਦਾ, ਕਰਾਮਾਤਾਂ ਦੀ ਮੰਡੀ ਨਾ ਲਾਉਂਦਾ, ਤੇ ਫਿਰ ਸਤਿਗੁਰੂ ਜੀ ਗੱਦੀ ਰਾਮ ਰਾਏ ਨੂੰ ਹੀ ਦਿੰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਉਹ ਸਾਰੇ ਤਰ੍ਹਾਂ ਨਾਲ ਯੋਗ ਸੀ, ਲਾਇਕ ਸੀ। ਪਰ ਪਰਮੇਸ਼ਰ ਨੂੰ ਕੀ ਮਨਜ਼ੂਰ ਹੁੰਦਾ ਹੈ, ਇਹ ਇਨਸਾਨੀ ਦਿਮਾਗ ਨਹੀਂ ਜਾਣ ਸਕਦਾ। ਕਰਤਾਰ ਦੀਆਂ ਕਰਤਾਰ ਹੀ ਜਾਣਦਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਵਾਹਿਗੁਰੂ ਨੇ, ਨਿਰੰਕਾਰ ਨੇ ਮਾਣ ਵਡਿਆਈ ਸਤਿਗੁਰੂ 8ਵੇਂ ਪਾਤਸ਼ਾਹ ਨੂੰ ਦੇਣੀ ਸੀ। ਇਸ ਕਰਕੇ ਬਾਬਾ ਰਾਮ ਰਾਏ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ। ਤਰਤ ਸ਼ਾਹ ਇਨ ਟਰਨ ਨ ਦੀਨਾ। ਬਾਦਸ਼ਾਹ ਤਾਂ ਢਾਲਾ ਕਰ ਰਿਹਾ ਸੀ ਵੀ ਚਲੋ ਅਜੇ ਉਮਰ ਛੋਟੀ ਹੈ, ਉਹਨਾਂ ਨੂੰ ਨਾ ਬੁਲਾਈਏ। ਪਰ ਬਾਬੇ ਰਾਮ ਰਾਏ ਨੇ ਬਾਦਸ਼ਾਹ ਨੂੰ ਵੀ ਨਹੀਂ ਟਲਣ ਦਿੱਤਾ। ਇਹੋ ਜਿਹੀਆਂ ਲੁਭਾਵਣੀਆਂ ਗੱਲਾਂ ਕਰਕੇ ਬਾਦਸ਼ਾਹ ਨੂੰ ਪ੍ਰਭਾਵਿਤ ਕਰ ਲਿਆ ਕਿ ਉਹ ਹੁਣ ਗੁਰੂ ਸਾਹਿਬ ਜੀ ਨੂੰ ਦਿੱਲੀ ਸੱਦ ਬੈਠਾ ਹੈ। ਠੀਕ ਹੈ ਕਾਰਨ ਕੋ ਮਤ ਕੀਨਾ। ਇਹੀ ਸਲਾਹ ਦਿੱਤੀ ਹੈ ਵੀ ਜ਼ਰੂਰ ਮਹਾਰਾਜ 8ਵੇਂ ਪਾਤਸ਼ਾਹ ਨੂੰ ਦਿੱਲੀ ਸੱਦਿਆ ਜਾਵੇ। ਅਜ਼ਮਤ ਮਹਪੂਰਨ ਜੁਗ ਭਾਈ। ਤੇ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ, ਕਹਿੰਦੇ ਦੋਵੇਂ ਭਰਾ ਹੀ ਕਰਾਮਾਤਾਂ ਦੇ ਖਜ਼ਾਨੇ ਹਨ। ਦੋਵਾਂ ਦੀਆਂ ਸ਼ਕਤੀਆਂ ਦਾ ਕੋਈ ਅੰਤ ਨਹੀਂ ਹੈ। ਮਿਲੇ ਪਰਸਪਰ ਜਬ ਇੱਕ ਥਾਈ। ਜਦੋਂ ਦੋਵੇਂ ਭਾਈ ਇੱਕ ਥਾਂ ਤੇ ਇਕੱਠੇ ਹੋਣਗੇ ਦਿੱਲੀ ਸ਼ਹਿਰ ਵਿੱਚ, ਇੱਕ ਦੂਜੀ ਦਾ ਵਿਰੋਧ ਕਰਨਗੇ। ਕੋ ਜਨ ਹੈ ਤਬ ਕਿਆ ਹੋਏ ਜਾਏ। ਕੀ ਜਾਣੀਏ ਕੀ ਭਾਣਾ ਵਰਤ ਜਾਵੇ। ਕਿਉਂਕਿ ਜਦੋਂ ਦੋ ਤਾਕਤਵਰ ਇਕੱਠੇ ਹੁੰਦੇ ਆ ਨਾ, ਉੱਥੇ ਜੇ ਲੜਾਈ ਹੋ ਜਾਵੇ ਤੇ ਫਿਰ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਵੀ ਵੱਡੇ ਕਰਾਮਾਤਾਂ ਦੇ ਭੰਡਾਰ ਹਨ। ਬਾਬਾ ਰਾਮ ਰਾਏ ਜੀ ਦਿੱਲੀ 'ਚ ਬੈਠੇ ਹਨ ਤੇ ਉਹ ਗੁਰੂ ਨਾਨਕ ਦੀ ਗੱਦੀ ਤੇ ਬੈਠੇ ਹਨ ਤੇ ਸ਼ਕਤੀ ਉਹਨਾਂ ਕੋਲ ਵੀ ਬੇਅੰਤ ਹੈ। ਬਲਕਿ ਉਸੇ ਗੱਦੀ ਤੋਂ ਸ਼ਕਤੀ ਬਾਬਾ ਰਾਮ ਰਾਏ ਜੀ ਨੂੰ ਮਿਲੀ ਹੈ। ਤੇ ਜੇ ਦੋਵੇਂ ਤਾਕਤਵਰ, ਦੋਵੇਂ ਭਰਾ ਆਮਣੇ ਸਾਹਮਣੇ ਹੋ ਗਏ ਤਾਂ ਫਿਰ ਪਤਾ ਨਹੀਂ ਕੀ ਉਪਦਰਵ ਹੋ ਜਾਵੇ। ਕਿਸ ਵਿਦ ਕੋ ਮੁਖ ਬਚਨ ਨਿਕਸਾਏ। ਮੁਖ ਤੋਂ ਕਿੱਦਾਂ ਦਾ ਬਚਨ ਨਿਕਲੇਗਾ, ਇਹ ਕੁਦਰਤ ਹੀ ਜਾਣਦੀ ਹੈ। ਕਹਿਓ ਨਿਕਲ ਹੋ ਬਹਿ ਨਹ ਕੈਸੇ। ਕਹਿੰਦੇ ਸਤਿਗੁਰੂ ਮਹਾਰਾਜ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਰਸਨਾ ਤੋਂ ਨਿਕਲਿਆ ਹੋਇਆ ਬੋਲ ਕਿਸੇ ਤਰ੍ਹਾਂ ਵੀ ਨਿਸਫਲ ਨਹੀਂ ਹੁੰਦਾ, ਖਾਲੀ ਨਹੀਂ ਜਾਂਦਾ। ਉਹਨਾਂ ਦਾ ਵਚਨ ਪੂਰਾ ਹੁੰਦਾ। ਇਧਰ ਬਾਬਾ ਰਾਮ ਰਾਏ ਜੀ ਵੀ ਜੋ ਕਹਿੰਦੇ ਹਨ ਉਹੀ ਹੋ ਜਾਂਦਾ ਹੈ। ਲਛ ਹਤਸ ਅਭਿਆਸੀ ਜੈਸੇ। ਜਿਵੇਂ ਨਿਸ਼ਾਨਾ ਮਾਰਨ ਵਾਲੇ ਨਿਸ਼ਾਨਚੀ ਦਾ ਨਿਸ਼ਾਨਾ ਖਾਲੀ ਨਹੀਂ ਜਾਂਦਾ। ਜਿਹੜੇ ਬਹੁਤ ਵੱਡੇ ਨਿਸ਼ਾਨਚੀ ਹੁੰਦੇ ਆ, ਉਹ ਤਾਂ ਸੂਈ ਦੀ ਨੋਕ ਵਿੱਚੋਂ ਤੀਰ ਕੱਢ ਦਿੰਦੇ ਆ। ਇਹ ਤਾਂ ਨਿਸ਼ਾਨਚੀਆਂ ਬਾਰੇ ਸੁਣਿਆ ਹੀ ਹੈ ਵੀ ਜਿਵੇਂ ਸ਼ਬਦ ਬੇਦੀ ਬਾਣ ਮਾਰਨ ਵਾਲੇ ਹਨੇਰੇ ਵਿੱਚ ਵੀ ਬਾਣ ਮਾਰ ਦਿੰਦੇ ਆ ਤੇ ਉਹਨਾਂ ਦਾ ਬਾਣ ਖਾਲੀ ਨਹੀਂ ਜਾਂਦਾ। ਇਸੇ ਤਰ੍ਹਾਂ ਇਹਨਾਂ ਮਹਾਂਪੁਰਸ਼ਾਂ ਦੇ ਰਸਨਾ ਦੇ ਬੋਲ ਜੋ ਹਨ, ਅਮੋਘ ਬਾਣ ਹਨ, ਜਿਨ੍ਹਾਂ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਧਨ ਵਿਦਿਆ ਜਨ ਭਲੇ ਕਮਾਈ। ਜਿਨ੍ਹਾਂ ਨੇ ਚੰਗੀ ਧਨੁਸ਼ ਵਿਦਿਆ ਸਿੱਖੀ ਹੁੰਦੀ ਹੈ, ਤੀਰ ਕਮਾਣ ਦੀ ਵਿਦਿਆ 'ਚ ਬਹੁਤ ਮਾਹਰ ਹੁੰਦੇ ਹਨ। ਚੁੱਕਹ ਨਹੀਂ ਬਾਣ ਕਨਕਾਈ। ਉਹ ਉਹਨਾਂ ਦਾ ਨਿਸ਼ਾਨਾ ਚੁੱਕਦਾ ਨਹੀਂ। ਜਿੱਥੇ ਨਿਸ਼ਾਨਾ ਲਾਉਂਦੇ ਤੀਰ ਉੱਥੇ ਜਾ ਕੇ ਟਿਕਾਣੇ ਤੇ ਵੱਜਦਾ ਹੈ। ਦੋਹਰਾ ਇਤਿਆਦਿਕ ਸੂਬੇ ਕਹਾ। ਇਸ ਪ੍ਰਕਾਰ ਸੂਬੇ ਗੱਲਾਂ ਕਰਦੇ ਹਨ। ਭਲੀ ਬੁਰੀ ਵਿਦ ਜਾਨ। ਕਹਿੰਦੇ ਆ ਵੀ ਪਤਾ ਨਹੀਂ ਹੁਣ ਅੱਲਾ ਕੀ ਕਰੇਗਾ। ਇਹ ਦੋਵੇਂ ਭਰਾ ਦਿੱਲੀ ਜਾ ਕੇ ਕੀ ਉਪਦਰਵ ਕਰਨਗੇ, ਜਾਂ ਸ਼ਾਂਤੀ ਰਵੇਗੀ, ਜਾਂ ਕੋਈ ਹੋਰ ਕੌਤਕ ਹੋਵੇਗਾ। ਆਉਣ ਵਾਲੇ ਸਮੇਂ ਦਾ ਕਿਸੇ ਨੂੰ ਪਤਾ ਨਹੀਂ ਹੈ। ਗੁਰਸਤ ਪਹੁੰਚਿਆ ਸਬਰ ਨਿਜ। ਇਧਰ ਬਾਬਾ ਰਾਮ ਰਾਏ ਜੀ ਬਾਦਸ਼ਾਹ ਦੀ ਕਚਹਿਰੀ ਚੋਂ ਉੱਠ ਕੇ ਆਪਣੇ ਡੇਰੇ ਬਾਬੇ ਮਜਨੂ ਦੇ ਟਿੱਲੇ ਜੋ ਗੁਰਦੁਆਰਾ ਹੈ ਦਿੱਲੀ ਦੇ ਵਿੱਚ, ਉੱਥੇ ਆ ਗਏ ਹਨ। ਪਰ ਆਨੰਦ ਕੋ ਠਾਨ।
ਤੇ ਮਜਨੂ ਦੇ ਟਿੱਲੇ ਆ ਕੇ ਬੜੇ ਆਰਾਮ ਨਾਲ ਖੁਸ਼ ਬੈਠੇ ਹਨ ਤੇ ਆਪਣੇ ਨਾਲ ਦਿਆਂ ਨਾਲ ਗੱਲਾਂ ਬਾਤਾਂ ਵੀ ਕਰਦੇ ਹਨ। ਸੀਖ ਸਿਖਾਈ ਸ਼ਾਹ ਕੋ, ਜੋ ਬਾਦਸ਼ਾਹ ਨੂੰ ਅੱਜ ਪੱਟੀ ਪੜ੍ਹਾ ਕੇ ਆਏ ਹਨ, ਜਿਹੜੀ ਸਿੱਖਿਆ ਸਿਖਾ ਕੇ ਆਏ ਨੇ ਬਾਬਾ ਰਾਮ ਰਾਏ ਜੀ, ਮਤੋ ਠੀਕ ਠਹਿਰਾਏ। ਉਹਨੂੰ ਬੜਾ ਚੰਗਾ ਸਮਝਦੇ ਆ, ਖੁਸ਼ ਹਨ ਇਸ ਕਰਕੇ ਵੀ ਮੈਂ ਅੱਜ ਬੜੀ ਚੰਗਾੜੀ ਲਾ ਆਇਆ। ਜਿਹੜੀ ਮੈਂ ਅੱਜ ਚੰਗਾੜੀ ਲਾਈ ਹੈ ਇਹਦਾ ਜ਼ਰੂਰ ਅਸਰ ਹੋਵੇਗਾ। ਗੱਦੀ ਹੁਣ ਮੇਰੇ ਕੋਲ ਆਵੇਗੀ, ਮੇਰਾ ਭਰਾ ਵੀ ਮੇਰੇ ਅੱਗੇ ਆ ਕੇ ਗਿੜਗਿੜਾਵੇਗਾ ਤੇ ਮੈਂ ਫਿਰ ਸਾਰਾ ਕੁਝ ਆਪ ਸੰਭਾਂਗਾ। ਏਦਾਂ ਦੀਆਂ ਸੋਚਾਂ ਬਾਬਾ ਜੀ ਬਾਬਾ ਰਾਮ ਰਾਏ ਜੀ ਸੋਚਦੇ ਹਨ। ਸ਼੍ਰੀ ਗੁਰ ਸੁਤ ਪਹੁੰਚਿਓ ਸਵਰ, ਸ੍ਰੀ ਗੁਰੂ ਰਾਮਦਾਸ ਸ੍ਰੀ ਗੁਰੂ ਹਰਾਏ ਸਾਹਿਬ ਜੀ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਉਹ ਮਜਨੂ ਦੇ ਟਿੱਲੇ ਤੇ ਆ ਪਹੁੰਚੇ ਹਨ। ਬੈਠਿਓ ਵਿੱਚ ਸਮੁਦਾਇ, ਆਪਣੇ ਸਾਥੀਆਂ ਦੇ ਵਿੱਚ ਬੈਠਾ ਹੈ ਬਾਬਾ ਰਾਮ ਰਾਏ। ਚੌਪਈ ਬਹਿਲੋ ਕੇ ਗੁਰਦਾਸ ਜੀ ਆਦਿਕ, ਜਿਹੜੇ ਭਾਈ ਬਹਿਲੋ ਜੀ ਦੀ ਵੰਸ਼ ਵਿੱਚੋਂ ਮਸੰਦ ਹਨ, ਭਾਈ ਗੁਰਦਾਸ ਮੁਖੀ ਮਸੰਦ ਹੋਈ ਸਨ। ਏਦਾਂ ਉਹਨਾਂ ਦਾ ਭਾਈ ਤਾਰਾ ਚੰਦ ਹੋਰ ਜਿਹੜੇ ਸਨ, ਕਹਿਤ ਭਇਓ ਸਭ ਸੋ ਅਹਲਾਦਕ, ਉਹਨਾਂ ਆਪਣੇ ਮਸੰਦਾਂ ਦੀ ਮੀਟਿੰਗ ਸੱਦ ਲਈ ਹੈ ਤੇ ਉਹਨਾਂ ਦੇ ਵਿੱਚ ਬਾਬਾ ਜੀ ਪਲੰਘੇ ਤੇ ਬੈਠੇ ਆ ਤੇ ਉਹ ਸਾਰੇ ਆਲੇ ਦੁਆਲੇ ਬਾਬੇ ਰਾਮ ਰਾਏ ਦੇ ਬੈਠੇ ਨੇ ਤੇ ਬਾਬਾ ਰਾਮ ਰਾਏ ਉਹਨਾਂ ਮਸੰਦਾਂ ਨਾਲ ਗੱਲਾਂ ਬਾਤਾਂ ਇਸ ਤਰ੍ਹਾਂ ਕਰਨ ਲੱਗੇ ਹਨ। ਸ਼੍ਰੀ ਗੁਰੂ ਨਾਨਕ ਕਾਜ ਸੁਧਾਰੇ, ਆ ਬਾਬਾ ਰਾਮ ਰਾਏ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਬੜੀ ਕਿਰਪਾ ਕੀਤੀ ਹੈ, ਸਾਰੇ ਕੰਮ ਸਵਰ ਗਏ ਹਨ, ਮੋਰਚੇ ਹੁਣ ਫਤਿਹ ਹੋ ਜਾਣਗੇ। ਪੂਰਨ ਪਾਏ ਮਨੋਰਥ ਸਾਰੇ, ਜੋ ਮੇਰੇ ਮਨ ਦੇ ਮਨੋਰਥ ਸੀ ਸਭ ਪੂਰੇ ਹੋ ਰਹੇ ਹਨ। ਸ਼੍ਰੀ ਹਰਿ ਕ੍ਰਿਸ਼ਨ ਸੋ ਸ਼ਾਹ ਹਕਾਰੇ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਾਦਸ਼ਾਹ ਨੇ ਦਿੱਲੀ 'ਚ ਸੱਦ ਲਿਆ ਹੈ ਨ੍ਰਿਪਜਾ ਸਿੰਘ ਬੀਚ ਕੋ ਡਾਰੇ, ਔਰ ਇਸ ਕੰਮ ਲਈ ਰਾਜਾ ਜੈ ਸਿੰਘ ਕਸ਼ਵਾਏ ਜੈਪੁਰੀਏ ਰਾਜੇ ਦੀ ਡਿਊਟੀ ਲਾਈ ਹੈ। ਰਾਜਾ ਜੈ ਸਿੰਘ ਨੂੰ ਵਿੱਚ ਪਾ ਲਿਆ ਹੈ। ਅਬ ਆਵਹਿ ਗੋ ਦਿੱਲੀਪੁਰ ਮੈਂ, ਹੁਣ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਜ਼ਰੂਰ ਆਉਣਗੇ, ਉਹਨਾਂ ਨੂੰ ਆਣਾ ਹੀ ਪਵੇਗਾ। ਸੁਖ ਸੋ ਬੈਸਰ ਹੈ ਜੋ ਘਰ ਮੈਂ, ਜੋ ਆਪਣੇ ਘਰ ਦੇ ਮਾਲਕ ਬਣੇ ਬੈਠੇ ਕੀਰਤਪੁਰ ਸਾਹਿਬ ਦੇ ਗੁਰੂ ਘਰ ਦੀਆਂ ਸਾਰੀਆਂ ਜਾਇਦਾਦਾਂ ਦੇ ਸੰਗਤਾਂ ਦੇ ਮਾਲਕ ਬਣੇ ਨੇ, ਸੁੱਖ ਨਾਲ ਆਰਾਮ ਨਾਲ ਘਰ 'ਚ ਬੈਠੇ ਸੀ, ਹੁਣ ਉਹਨਾਂ ਨੂੰ ਦਿੱਲੀ ਆਉਣ ਦੀ ਖੇਚਲ ਉਠਾਣੀ ਪਵੇਗੀ। ਬਿਗਨ ਅਨੇਕ ਪਾਏ ਹੋ ਇਹਾ, ਜਦੋਂ ਇੱਥੇ ਆ ਗਏ ਨਾ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਤੇ ਮੈਂ ਉਹਨਾਂ ਦੇ ਰਸਤੇ 'ਚ ਬੜੇ ਹੀ ਕੰਡੇ ਵਿਛਾਵਾਂਗਾ, ਉਹਨਾਂ ਨੂੰ ਬੜੇ ਹੀ ਸਵਾਲਾਂ ਦਾ ਜਵਾਬ ਦੇਣਾ ਪਵੇਗਾ, ਬਹੁਤ ਸਾਰੀ ਉਹਨਾਂ ਨੂੰ ਦਿੱਕਤ ਖੜੀ ਕਰਾਂਗਾ ਮੈਂ। ਬਿਗਰਹ ਸ਼ਾਹ ਹੋ ਜਾਏ ਗੋ ਕਹਾ, ਜਦੋਂ ਬਾਦਸ਼ਾਹ ਦੇ ਨਾਲ ਵਿਗੜ ਪੈ ਜਾਏਗੀ ਫਿਰ ਕਿੱਥੇ ਭੱਜ ਕੇ ਜਾਣਗੇ, ਮੈਂ ਜਾਣ ਨਹੀਂ ਦਿਆਂਗਾ। ਸ਼ਾਹ ਬੁਲਾਏ ਜੇ ਚਲ ਆਇਓ, ਜੇ ਬਾਦਸ਼ਾਹ ਨੇ ਬੁਲਾਇਆ ਤੇ ਜ਼ਰੂਰ ਆਉਣਗੇ, ਜੇ ਨਾ ਆਏ ਤਾਂ ਕਿਤੇ ਦੌੜ ਕੇ ਜਾਣਗੇ। ਹੋਰ ਕੀ ਹੈ, ਦੋ ਹੀ ਗੱਲਾਂ ਨੇ, ਜਾਂ ਤਾਂ ਬਾਦਸ਼ਾਹ ਦੇ ਸਨਮੁਖ ਤੁਰੇ ਆਉਣਗੇ ਤੇ ਜਾਂ ਫਿਰ ਆਪਣੀ ਜਾਨ ਬਚਾਉਣ ਲਈ ਕੀਰਤਪੁਰ ਛੱਡ ਕੇ ਕਿਤੇ ਜੰਗਲਾਂ ਜੰਗਲਾਂ ਨੂੰ ਭੱਜਣਗੇ। ਕਰਿਓ ਨੇਮ ਪ੍ਰਣ ਸੋ ਬਿਨਸਾਇਓ, ਮੈਨੂੰ ਪਤਾ ਲੱਗਾ ਹੈ ਕਿ ਸ੍ਰੀ ਹਰਿਕ੍ਰਿਸ਼ਨ ਜੀ ਨੇ ਆਪਣੇ ਪਿਤਾ ਦੀ ਤਰ੍ਹਾਂ ਹੀ ਇੱਕ ਪਰਣ ਕੀਤਾ ਹੋਇਆ ਹੈ ਵੀ ਅਸੀਂ ਬਾਦਸ਼ਾਹ ਔਰੰਗਜ਼ੇਬ ਦੇ ਦਰਸ਼ਨ ਨਹੀਂ ਕਰਨੇ ਤੇ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਪਾਵਟ 7ਵੇਂ ਪਾਤਸ਼ਾਹ ਨੇ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦਿੱਤੇ ਤੇ ਨਾ ਹੀ ਉਹਦੇ ਮੱਥੇ ਲੱਗੇ ਪਾਪੀ ਦੇ। ਏਦਾਂ ਹੀ 8ਵੇਂ ਪਾਤਸ਼ਾਹ ਕਹਿੰਦੇ ਅਸੀਂ ਵੀ ਉਹਦੇ ਮੱਥੇ ਨਹੀਂ ਲੱਗਣਾ। ਨਹਿ ਮਲੇਸ਼ ਕੋ ਦਰਸ਼ਨ ਪਾਉ, ਉਹਨਾਂ ਨੇ ਪਰਣ ਕੀਤਾ ਹੋਇਆ ਵੀ ਅਸੀਂ ਮਲੇਸ਼ ਦੇ ਦਰਸ਼ਨ ਕਰਨੇ ਨਹੀਂ, ਔਰੰਗਜ਼ੇਬ ਦੇ ਮੱਥੇ ਹੀ ਨਹੀਂ ਲੱਗਣਾ ਆਪਣੋ ਦਰਸ਼ਨ ਤਿਸ ਨਾ ਦਿਖਾਉ, ਤੇ ਨਾ ਮਲੇਸ਼ ਨੂੰ ਦਰਸ਼ਨ ਦੇਣੇ ਹਨ। ਕਰੀ ਪ੍ਰਤਗਿਆ ਇਸ ਵਿਦ ਜੋਏ, ਜੋ 8ਵੇਂ ਪਾਤਸ਼ਾਹ ਨੇ ਪ੍ਰਤਿਗਿਆ ਕੀਤੀ ਹੈ ਵੀ ਔਰੰਗੇ ਦੇ ਮੱਥੇ ਹੀ ਨਹੀਂ ਲੱਗਣਾ, ਔਰੰਗੇ ਦਾ ਦਰਸ਼ਨ ਹੀ ਨਹੀਂ ਕਰਨਾ ਪਾਪੀ ਬੰਦੇ ਦਾ। ਆਵਾ ਇਤਾ ਬਿਨ ਸਹਿ ਸੋਏ, ਤੇ ਜੇ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਆ ਜਾਣਗੇ ਤੇ ਉਹਨਾਂ ਦਾ ਪਰਨ ਟੁੱਟ ਜਾਏਗਾ, ਕਿਉਂਕਿ ਜੇ ਦਿੱਲੀ ਆਉਣਗੇ ਤੇ ਫਿਰ ਤਾਂ ਉਹਨਾਂ ਨੂੰ ਬਾਦਸ਼ਾਹ ਦੇ ਮੱਥੇ ਲੱਗਣਾ ਹੀ ਪਏਗਾ। ਇਹ ਤਾਂ ਹੋ ਨਹੀਂ ਸਕਦਾ ਵੀ ਦਿੱਲੀ 'ਚ ਆਉਣ ਤੇ ਔਰੰਗਜ਼ੇਬ ਨੂੰ ਨਾ ਮਿਲਣਾ ਪਏਗਾ। ਜਦੋਂ ਮਿਲਣਗੇ ਫਿਰ ਉਹਨਾਂ ਦਾ ਜਿਹੜਾ ਕੀਤਾ ਹੋਇਆ ਪਰਨ ਹੈ ਕਿ ਅਸੀਂ ਮਲੇਸ਼ ਦੇ ਦਰਸ਼ਨ ਨਹੀਂ ਕਰਨੇ, ਉਹ ਪਰਨ ਜਾਂਦਾ ਰਹੇਗਾ। ਸੰਗਤ ਸਗਲ ਮਸੰਦਨ ਜਾਨੀ, ਇਹ ਗੱਲ ਸਾਰੀਆਂ ਸੰਗਤਾਂ ਨੂੰ ਮਸੰਦਾਂ ਨੂੰ ਪਤਾ ਲੱਗੇਗੀ। ਫਿਰ ਸੰਗਤਾਂ ਕਹਿਣਗੀਆਂ ਵੀ ਇਹ ਗੁਰੂ ਕਾਹਦੇ ਹਨ,
ਜਿਹੜੇ ਆਪਣੇ ਕੀਤੇ ਹੋਏ ਬਚਨਾਂ ਤੇ ਪੂਰੇ ਨਹੀਂ ਉਤਰੇ। ਪੈਜ ਸਬਨ ਮਹਿ ਬੈਠ ਜਠਾਨੀ। ਇਹ ਜਿਹੜੀ ਹੁਣ ਉਹਨਾਂ ਨੇ ਦਾਵਾ ਕੀਤਾ ਹੈ, ਉਹਨਾਂ ਦੀ ਬੜੀ ਇੱਜ਼ਤ ਬਣੀ ਹੋਈ ਹੈ। ਸੰਗਤਾਂ ਕਹਿੰਦੀਆਂ ਵੀ ਸਾਡੇ ਗੁਰੂ ਤੇ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਦੇ। ਫਿਰ ਸਿੱਖਾਂ ਦਾ ਉਹ ਮਾਣ ਟੁੱਟ ਜਾਏਗਾ। ਸਿੱਖ ਫਿਰ ਕਹਿਣਗੇ ਵੀ ਇਹ ਗੁਰੂ ਤਾਂ ਝੂਠੇ ਹਨ, ਜਿਨ੍ਹਾਂ ਨੇ ਆਪਣੇ ਕੀਤੇ ਹੋਏ ਪਰਨ ਆਪ ਹੀ ਤੋੜ ਦਿੱਤੇ ਹਨ। ਕਹਿਆ ਕੂਰਜਾ ਨਹਿਗੇ ਸਬੈ। ਇਸ ਤਰ੍ਹਾਂ ਫਿਰ ਸਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਪਰਨ ਝੂਠਾ ਸਮਝਣਗੇ। ਉਹਨਾਂ ਦੇ ਕੀਤੇ ਹੋਏ ਬਚਨ ਕੱਚੇ ਪੈ ਜਾਣਗੇ। ਫਿਰ ਇਹ ਕੈਸੋ ਗੁਰ ਪਖ ਹੈ ਤਬੈ। ਇਹ ਕੈਸੇ ਗੁਰੂ ਹਨ ਜਿਹੜੇ ਆਪ ਪਰਨ ਕਰਕੇ ਆਪ ਹੀ ਮੁੱਕਰ ਜਾਂਦੇ ਹਨ। ਬਿਗੜ ਜਾਏਗੀ ਪੁਨ ਗੁਰਿਆਈ। ਫਿਰ ਇਹਨਾਂ ਦੀ ਗੁਰਿਆਈ ਵਿਗੜ ਜਾਏਗੀ। 8ਵੇਂ ਪਾਤਸ਼ਾਹ ਦੀ ਜਿਹੜੀ ਮਾਨਤਾ ਹੁਣ ਹੋ ਰਹੀ ਹੈ, ਫਿਰ ਸੰਗਤਾਂ ਜੋ ਮਾਨਤਾ ਹੌਲੇ ਹੌਲੇ ਘਟ ਜਾਏਗੀ। ਸੰਗਤਾਂ ਉਹਨਾਂ ਨੂੰ ਪਸੰਦ ਨਹੀਂ ਕਰਨਗੀਆਂ। ਸੰਗਤਾਂ ਉਹਨਾਂ ਦਾ ਖੇੜਾ ਛੱਡ ਦੇਣਗੀਆਂ। ਤਿਆਗਹਿ ਸ਼ਰਧਾ ਨਰ ਸਮੁਦਾਈ। ਲੋਕ ਜਿਹੜੇ ਹੁਣ ਉਹਨਾਂ ਤੇ ਸ਼ਰਧਾ ਰੱਖਦੇ ਹਨ, ਉਹਨਾਂ ਦੀ ਸ਼ਰਧਾ ਟੁੱਟ ਜਾਏਗੀ। ਇਮ ਇਤ ਕੇ ਆਵਨ ਮਹਿ ਦੋਸ਼। ਇਸ ਤਰ੍ਹਾਂ ਦਿੱਲੀ ਵਿੱਚ ਆਉਣ ਦੇ ਬੜੇ ਦੋਸ਼ ਹਨ। ਦਿੱਲੀ ਵਿੱਚ ਆਉਣ ਦੇ ਬੜੇ ਨੁਕਸਾਨ ਹਨ। ਤਿਨ ਬਚ ਕੋ ਛੁਟ ਜਾਏ ਪਰੋਸੂ। ਫਿਰ ਗੁਰੂ ਸਾਹਿਬ ਜੀ ਦੇ ਬਚਨਾਂ ਦਾ ਵਿਸ਼ਵਾਸ ਜਿਹੜਾ ਸਿੱਖ ਕਰਦੇ ਨੇ ਵੀ ਗੁਰੂ ਸਾਹਿਬ ਨੇ ਬਚਨ ਕੀਤਾ ਹੋਇਆ ਕਿ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਉਹ ਬਚਨ ਜਦੋਂ ਟੁੱਟ ਜਾਏਗਾ, ਸਿੱਖਾਂ ਦਾ ਭਰੋਸਾ ਉੱਠ ਜਾਏਗਾ ਗੁਰੂ ਤੋਂ। ਜੋ ਕੁਛ ਕਿਸੀ ਕੋ ਕਹਿ ਬਨਾਈ। ਜੋ ਕੋਈ ਕਿਸੇ ਨਾਲ ਕੋਈ ਬਚਨ ਕਰਦਾ ਹੈ, ਕੋਈ ਗੱਲਬਾਤ ਬਣਾ ਕੇ ਕਰੀਦੀ ਹੈ। ਨਹਿਮਾ ਨਹ ਇਹ ਕੂਰ ਕਹਾਈ। ਕਹਿੰਦੇ ਜੇ ਕੋਈ ਕਹੇਗਾ ਵੀ ਫਿਰ ਤੇ ਸਿੱਖਾਂ ਨੇ ਮੰਨਣੀ ਨਹੀਂ ਗੱਲ। ਉਹਨਾਂ ਕਹਿਣਾ ਇਹ ਤਾਂ ਝੂਠੀਆਂ ਗੱਲਾਂ ਕਰਦੇ ਨੇ। ਪਹਿਲਾਂ ਵੀ ਇਹ ਕਹਿੰਦੇ ਸੀ ਵੀ ਅਸੀਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਾਂਗੇ ਤੇ ਫਿਰ ਲੱਗ ਗਏ ਨੇ। ਤੇ ਹੁਣ ਅਗਲੀਆਂ ਗੱਲਾਂ ਦਾ ਵੀ ਇਹਨਾਂ ਦਾ ਕੀ ਇਤਬਾਰ ਕਰੀਏ। ਜਦੋਂ ਇੱਕ ਗੱਲ ਤੋਂ ਗੁਰੂ ਸਾਹਿਬ ਕੱਚੇ ਪੈ ਜਾਣਗੇ, ਫਿਰ ਦੂਜੀਆਂ ਗੱਲਾਂ ਦੇ ਵੀ ਗੁਰੂ ਸਾਹਿਬ ਅਸੀਂ ਕਵਾਂਗੇ ਵੀ ਇਹਨਾਂ ਨੇ ਪੂਰੇ ਨਹੀਂ ਉਤਰਨਾ, ਤੁਸੀਂ ਇਹਨਾਂ ਦੇ ਜਹਾਜ਼ ਤੇ ਨਾ ਚੜੋ, ਇਹ ਡੋਬ ਦੇਣਗੇ। ਫਿਰ ਸੰਗਤਾਂ ਸਾਨੂੰ ਹੀ ਗੁਰੂ ਮੰਨਣਗੀਆਂ। ਇਉਂ ਬਾਬਾ ਰਾਮ ਰਾਏ ਜੀ ਨੇ ਦੁਨਿਆਵੀ ਬੁੱਧੀ ਨਾਲ ਇੱਕ ਸੋਚੀ ਹੈ, ਪਰ ਉਹ ਇਹ ਨਹੀਂ ਸਮਝਦੇ ਵੀ ਗੁਰੂ ਤਾਂ ਬਹੁਤ ਪਰੇ ਹੈ, ਤੂੰ ਗੁਰੂ ਤੱਕ ਪੜ ਨਹੀਂ ਸਕਦਾ। ਗੁਰ ਕੀ ਮਹਿਮਾ ਕਿਆ ਕਹੋ, ਗੁਰ ਵਿਵੇਕ ਸਤ ਸਰ, ਉਹ ਆਦ ਜੁਗਾਦੀ ਜੁਗੈ ਜੁਗ, ਪੂਰਾ ਪਰਮੇਸ਼ਰ। ਹਾਂਜੀ, ਜੇ ਇਸ ਪੈਜ ਛਟਨ ਤੇ ਡਰ ਹੈ। ਕਹਿੰਦੇ ਜੇ ਇਸ ਗੱਲ ਤੋਂ ਵੀ ਮੇਰੀ ਬਦਨਾਮੀ ਹੋਣੀ ਹੈ, ਦਿੱਲੀ ਨਾ ਜਾਵਾਂ, ਮੇਰਾ ਪਰਨ ਟੁੱਟ ਜਾਏਗਾ, ਇਸ ਗੱਲ ਤੋਂ ਡਰਦੇ ਮਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਨਾ ਆਏ। ਨਹੀਂ ਆਏ ਬੋ ਦਿੱਲੀ ਕਰਹਿ। ਜੇ ਦਿੱਲੀ ਨਾ ਆਏ ਵੀ ਮੇਰਾ ਪਰਨ ਟੁੱਟਦਾ, ਮੈਂ ਦਿੱਲੀ ਨਹੀਂ ਜਾਣਾ, ਤਾਂ ਬਸ ਬੋ ਕੀਰਤਪੁਰ ਆਪਣੋ। ਤਾਂ ਫਿਰ ਕੀਰਤਪੁਰ ਵਿੱਚ ਵੀ ਬਾਦਸ਼ਾਹ ਨੇ ਉਹਨਾਂ ਨੂੰ ਰਹਿਣ ਨਹੀਂ ਦੇਣਾ। ਇਹ ਤਾਂ ਨਹੀਂ ਹੋ ਸਕਦਾ ਵੀ ਉਹ ਦਿੱਲੀ ਆਉਣ ਤੋਂ ਨਾ ਕਰ ਦੇਣ ਤੇ ਫਿਰ ਕੀਰਤਪੁਰ 'ਚ ਆਰਾਮ ਨਾਲ ਬੈਠੇ ਰਹਿਣ। ਬਾਦਸ਼ਾਹ ਦੀਆਂ ਫੌਜਾਂ ਜਾਣਗੀਆਂ, ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਉਣ ਦੀ ਕੋਸ਼ਿਸ਼ ਹੋਵੇਗੀ। ਜੇ ਉਹ ਕਿਤੇ ਭੱਜ ਕੇ ਵੀ ਜਾਣਗੇ ਤੇ ਹਿੰਦੁਸਤਾਨ ਦੇ ਕਿਹੜੇ ਕੋਨੇ 'ਚ ਜਾ ਕੇ ਲੁਕਣਗੇ। ਕੋਈ ਐਸੀ ਥਾਂ ਨਹੀਂ ਜਿੱਥੇ ਔਰੰਗਜ਼ੇਬ ਦਾ ਹੁਕਮ ਨਾ ਚੱਲਦਾ ਹੋਵੇ। ਹੋਵਹਿ ਨਹੀਂ ਬੀਚ ਭੀ ਸੁਪਨੋ। ਕਹਿੰਦੇ ਸੁਪਨੇ ਦੇ ਵਿੱਚ ਵੀ ਏਦਾਂ ਹੋ ਨਹੀਂ ਸਕਦਾ। ਬਾਦਸ਼ਾਹ ਦਾ ਸੱਦਾ ਆਵੇ ਤੇ ਗੁਰੂ ਸਾਹਿਬ ਨਾ ਕਰ ਦੇਣ ਜਾਂ ਕਿਤੇ ਟਾਲਾ ਕਰ ਜਾਣ, ਕਿੱਥੇ ਰਹਿਣਗੇ? ਕੀਰਤਪੁਰ 'ਚ ਤਾਂ ਰਹਿਣਾ ਮੁਸ਼ਕਲ ਹੈ। ਬਾਦਸ਼ਾਹ ਨੂੰ ਮੱਥਾ ਲਾ ਕੇ ਆਪਣੇ ਘਰ ਦੇ ਵਿੱਚ ਕੀਰਤਪੁਰ 'ਚ ਬੈਠੇ ਰਹਿਣਗੇ, ਬਾਦਸ਼ਾਹ ਬੈਠਣ ਦੇਵੇਗਾ? ਇਹ ਤਾਂ ਨਹੀਂ ਹੋ ਸਕਦਾ। ਅਪਰ ਥਾਂ ਜਾ ਬੇਕਹ ਹੋਏ ਨਾ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਅਜੇ ਉਮਰ 'ਚ ਵੀ ਬਾਹਲੇ ਹੀ ਛੋਟੇ ਆ। ਉਹਨਾਂ ਕੋਲੋਂ ਹੋਰ ਕਿਤੇ ਦੌੜਿਆ ਭੱਜਿਆ ਵੀ ਨਹੀਂ ਜਾਣਾ। ਕਿੱਥੇ ਜਾਣਗੇ? ਨਿਰਪ ਆਦਿਕ ਰੱਖ ਸਕ ਹੈ ਕੋਈ ਨਾ। ਕੋਈ ਰਾਜਾ ਮਹਾਰਾਜਾ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਨਹੀਂ ਰੱਖ ਸਕਦਾ। ਕਿਉਂ? ਹਿੰਦੁਸਤਾਨ ਦਾ ਮਾਲਕ ਬਾਦਸ਼ਾਹ ਜਿੱਧਰ ਕਹੇਗਾ ਰਾਜੇ ਮਹਾਰਾਜੇ ਉੱਧਰ ਝੁਕਣਗੇ, ਕਿਉਂਕਿ ਸਾਰੇ ਮੁਲਕ ਦਾ ਮਾਲਕ ਤਾਂ ਔਰੰਗਜ਼ੇਬ ਹੈ। ਉਹਦੇ ਖਿਲਾਫ ਕੋਈ ਰਾਜਾ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਪਨਾਹ ਨਹੀਂ ਦੇ ਸਕੇਗਾ। ਸ਼ਕਤ ਨਾ ਹੋਏ ਲੜਨ ਕੀ ਜਬੈ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਵਿੱਚ ਜਾਂ ਉਹਨਾਂ ਦੇ ਸਿੱਖਾਂ ਵਿੱਚ ਬਾਦਸ਼ਾਹ ਦੇ ਨਾਲ ਲੜਨ ਦੀ ਤਾਕਤ ਨਹੀਂ ਹੋਵੇਗੀ। ਛੋਰ ਦੇਸ਼ ਕਹ ਗਮ ਨਹਿ ਤਬੈ। ਉਹ ਫਿਰ ਦੇਸ਼ ਇਲਾਕਾ ਪੁਆਧ ਨੂੰ ਛੱਡ ਕੇ
ਕਿਸੇ ਹੋਰ ਇਲਾਕੇ ਨੂੰ ਚਲੇ ਜਾਣਗੇ। ਜੰਗਲ ਕੋ ਥਲ ਜੋ ਜਲਹੀਨ। ਲੱਗਦਾ ਹੈ ਵੀ ਪੁਆਧ ਦਾ, ਆਨੰਦਪੁਰ ਦਾ, ਅੰਬਾਲੇ ਦਾ ਜ਼ਿਲ੍ਹਾ ਛੱਡ ਕੇ ਉਹ ਜੰਗਲ ਬਠਿੰਡੇ ਦੇ ਇਲਾਕੇ ਜਿੱਧਰ ਪਾਣੀ ਨਹੀਂ ਮਿਲਦਾ ਉਧਰ ਦੌੜਨਗੇ। ਜਾਇ ਨ ਸਕੈ ਸੈਨ ਇਮਚੀਨ। ਇਹ ਸੋਚ ਕੇ ਵੀ ਉਧਰ ਪਾਣੀ ਨਹੀਂ ਮਿਲਦਾ, ਬਾਦਸ਼ਾਹ ਦੀਆਂ ਫੌਜਾਂ ਉਧਰ ਘਟ ਜਾਂਦੀਆਂ ਨੇ, ਉਧਰ ਜਾ ਕੇ ਟਾਈਮ ਪਾਸ ਕਰਨ ਦੀ ਕੋਸ਼ਿਸ਼ ਕਰਨਗੇ ਜੰਗਲ ਮਾਲਵੇ ਦੀ ਧਰਤੀ ਤੇ। ਤਹ ਕੋ ਜਾਏ ਪ੍ਰਵੇਸ਼ਨ ਕਰ ਹੈ। ਜੇ ਮਾਲਵੇ ਦੇ ਇਲਾਕੇ ਵਿੱਚ ਜਾ ਕੇ ਪ੍ਰਵੇਸ਼ ਕਰ ਗਏ, ਕੀਰਤਪੁਰ ਤੇ ਬਸਤ ਨਿਕਰ ਹੈ। ਕੀਰਤਪੁਰ ਤੋਂ ਨਿਕਲ ਗਏ, ਕੀਰਤਪੁਰ ਤੋਂ ਉਜਾੜਾ ਹੋ ਗਿਆ ਉਹਨਾਂ ਦਾ। ਅਦਕ ਸਮਾਜ ਬਿਰਾਜ ਹੈ ਜੋਏ। ਜਿਹੜਾ ਬਹੁਤ ਵੱਡਾ ਰਾਜਿਆਂ ਮਹਾਰਾਜਿਆਂ ਵਾਲਾ ਸਮਾਜ ਹੈ, ਵੱਡੇ ਵੱਡੇ ਮਕਾਨ ਹਨ, ਜ਼ਮੀਨਾਂ ਜਾਇਦਾਦਾਂ ਹਨ, ਬਾਗ ਬਗੀਚੇ ਕੀਰਤਪੁਰ ਦੇ ਵਿੱਚ ਹਨ, ਉਹ ਫਿਰ ਸਾਰੇ ਛੱਡਣੇ ਪੈਣਗੇ। ਆਪਣਾ ਘਰ ਛੱਡ ਕੇ ਤੰਬੂਆਂ 'ਚ ਰਹਿਣਾ ਪਏਗਾ ਉਹਨਾਂ ਨੂੰ। ਤਿਸ ਥਲ ਪਹੁੰਚ ਬਿਨਾਸੀ ਹੋਏ। ਜਦੋਂ ਮਾਲਵੇ 'ਚ ਜਾਣਗੇ ਤਾਂ ਜਿਹੜਾ ਕੋਈ 4 ਪੈਸੇ ਜੇਬ ਦੇ ਵਿੱਚ ਉਹ ਵੀ ਖਰਚਾ ਹੋ ਜਾਏਗਾ, ਫਿਰ ਜੇਬ ਖਾਲੀ ਹੋ ਜਾਏਗੀ ਤੇ ਮਾਲਵੇ ਦੇ ਸਿੱਖਾਂ ਤੋਂ ਭੇਟਾ ਵੀ ਬਹੁਤ ਥੋੜੀ ਮਿਲੇਗੀ। ਇੱਕ ਤਾਂ ਡਰ ਹੈ ਸ਼ਾਹ ਤੇ ਲੋਕ। ਇੱਕ ਤਾਂ ਬਾਦਸ਼ਾਹ ਕੋਲੋਂ ਲੋਕ ਡਰਦੇ ਨੇ, ਕੋਈ ਇਹਨਾਂ ਨੂੰ ਪਨਾਹ ਦੇਵੇਗਾ ਹੀ ਨਹੀਂ। ਮਾਲਵੇ ਵਾਲੇ ਵੀ ਡਰਨਗੇ, ਉਹ ਵੀ ਗੁਰੂ ਨੂੰ ਪਨਾਹ ਨਹੀਂ ਦੇਣਗੇ ਆਪਣੇ ਦੇਸ਼ ਵਿੱਚ। ਮਿਲਹ ਨਾ ਹੋਏ ਸਬਨ ਮੈਂ ਰੋਕ। ਤੇ ਜੇ ਗੁਰੂ ਕਿਤੇ ਵੀ ਜਾਵੇਗਾ ਲੋਕ ਸਤਿਕਾਰ ਨਾਲ ਨਹੀਂ ਮਿਲਣਗੇ ਤੇ ਡਰਦੇ ਮਾਰੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਣਗੇ ਵੀ ਗੁਰੂ ਸਾਡੇ ਇਲਾਕੇ 'ਚ ਆਇਆ, ਇਹਨੂੰ ਫੜ ਲਵੋ। ਇਸ ਤਰ੍ਹਾਂ ਦੀਆਂ ਗੱਲਾਂ ਬਾਬਾ ਰਾਮ ਰਾਏ ਆਪਣੇ ਖਾਸ ਮਸੰਦਾਂ ਦੇ ਨਾਲ ਸਾਂਝੀਆਂ ਕਰ ਰਹੇ ਹਨ। ਦਤੀਏ ਜੰਗਲ ਦੇਸ਼ ਮਝਾਰ। ਕਹਿੰਦੇ ਜਿਹੜਾ ਜੰਗਲ ਦੇਸ਼ ਮਾਲਵਾ ਦੇਸ਼ ਹੈ, ਨਰ ਰਹਿ ਦੁਖੀ ਨਾ ਪ੍ਰਾਪਤ ਬਾਰ। ਉੱਥੇ ਦੇ ਲੋਕ ਤਾਂ ਅੱਗੇ ਹੀ ਦੁਖੀ ਰਹਿੰਦੇ ਹਨ। ਉੱਥੇ ਪਾਣੀ ਘੱਟ ਹੁੰਦਾ ਹੈ, ਬਾਜਰਾ ਤੇ ਮੋਠ ਦੀ ਉੱਥੇ ਫਸਲ ਹੁੰਦੀ ਹੈ। ਉੱਥੇ ਤਾਂ ਗੁਜ਼ਾਰਾ ਵਿਚਾਰਿਆਂ ਦਾ, ਮਾਲਵੇ ਵਾਲਿਆਂ ਦਾ ਅੱਗੇ ਹੀ ਘੱਟ ਹੁੰਦਾ ਹੈ ਤੇ ਉਹ ਇਹਨਾਂ ਨੂੰ ਕੀ ਦੇ ਦੇਣਗੇ। ਬਸਨ ਹਾਰ ਜੇ ਜਲ ਨਹਿ ਪਾਵਹਿ। ਜੇ ਉੱਥੇ ਰਹਿਣ ਵਾਲਿਆਂ ਨੂੰ ਪਾਣੀ ਨਹੀਂ ਮਿਲਦਾ, ਕਹਤੇ ਪਾਨ ਕਰ ਹੈ ਜੋ ਜਾਵਹਿ। ਇਹਨਾਂ ਨੂੰ ਪਾਣੀ ਦਾ ਘੁੱਟ ਵੀ ਨਹੀਂ ਮਿਲਣਾ। ਮਾਲਵੇ ਦੀ ਧਰਤੀ ਤੇ ਬਹੁਤ ਔਖੇ ਹੋਣਗੇ ਬਠਿੰਡੇ ਦੇ ਇਲਾਕੇ ਵਿੱਚ ਜਾ ਕੇ। ਰੋਜ਼ ਹਜ਼ਾਰੋਂ ਆਵਹਿ ਜੈਸੇ। ਆ ਜਿਹੜੀ ਹੁਣ ਕੀਰਤਪੁਰ 'ਚ ਮੌਜ ਲੱਗੀ ਹੋਈ ਹੈ, ਹਜ਼ਾਰਾਂ ਸੰਗਤਾਂ, ਹਜ਼ਾਰਾਂ ਰੁਪਈਆ ਰੋਜ਼ ਭੇਟਾ ਚੜਾ ਰਹੀਆਂ ਨੇ, ਗੁਰੂ ਦੇ ਲੰਗਰ ਚੱਲ ਰਹੇ ਨੇ, ਬੌਲੀਆਂ, ਖੂਹ, ਸਰੋਵਰ, ਬਾਗ ਬਗੀਚੇ ਲੱਗੇ ਨੇ, ਹਰ ਤਰ੍ਹਾਂ ਦੀ ਕੀਰਤਪੁਰ ਸਾਹਿਬ ਵਿੱਚ ਰੌਣਕ ਹੈ। ਉਹ ਰੌਣਕਾਂ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਮਾਲਵੇ ਦੀ ਧਰਤੀ ਤੇ ਨਹੀਂ ਮਿਲਣੀਆਂ। ਜੰਗਲ ਦੇਸ਼ ਨਾ ਪਹੁੰਚ ਹੈ ਤੈਸੇ। ਜੰਗਲ ਦੇਸ਼ ਵਿੱਚ, ਮਾਲਵੇ ਦੇਸ਼ ਵਿੱਚ ਉਹ ਸਹੂਲਤਾਂ ਕਿੱਥੋਂ ਮਿਲਣਗੀਆਂ, ਕਿੱਥੇ ਪਹੁੰਚਣਗੀਆਂ? ਉਹ ਸਾਰਾ ਕੁਝ ਉੱਥੇ ਤਾਂ ਜੰਗਲਾਂ ਵਿੱਚ ਤੰਬੂ ਲਾ ਕੇ ਦਰਖਤਾਂ ਥੱਲੇ ਲੋਹੀਆਂ 'ਚ ਟਾਈਮ ਕੱਟਣਾ ਪਏਗਾ। ਹਟਤ ਸੰਗਤ ਰਹਿ ਜਾਏ। ਤੇ ਸੰਗਤ ਪਿੱਛੇ ਨਹੀਂ ਜਾਏਗੀ। ਮਾਲਵੇ ਦੀ ਧਰਤੀ ਤੇ ਲੋਕ ਮੱਥਾ ਟੇਕਣ ਨਹੀਂ ਜਾਣਗੇ। ਕੀਰਤਪੁਰ ਨੂੰ ਤੇ ਸਾਰੀ ਦੁਨੀਆ ਤੁਰੀ ਆਉਂਦੀ ਹੈ ਕਿਉਂਕਿ ਸੁਹਾਵਣਾ ਇਲਾਕਾ ਹੈ। ਤੇ ਜੰਗਲ ਦੇ ਇਲਾਕੇ 'ਚ ਲੋਕ ਕਿਵੇਂ ਜਾਣਗੇ? ਪਾਣੀ ਮਿਲਦਾ ਨਹੀਂ ਪੀਣ ਨੂੰ। ਇਸ ਕਰਕੇ ਗੁਰੂ ਕੋਲ ਜਾਣ ਤੋਂ ਦੂਰ ਦੇਸ਼ਾਂ ਦੇ ਲੋਕ ਹਟ ਜਾਣਗੇ। ਤੇ ਮਾਲਵੇ ਦੇ ਸਿੱਖ ਤਾਂ ਬਹੁਤੇ ਅਮੀਰ ਨਹੀਂ ਹਨ, ਉਹ ਵਿਚਾਰੇ ਕੀ ਗੁਰੂ ਨੂੰ ਵੱਧ ਤੋਂ ਵੱਧ 2-4 ਮਣ ਆਟਾ ਦੇ ਦੇਣ ਤਾਂ ਇਹਦੇ ਨਾਲ ਕੀ ਬਣਦਾ ਹੈ। ਇਸ ਤਰ੍ਹਾਂ ਬਾਬੇ ਰਾਮ ਰਾਏ ਨੇ ਆਪਣੇ ਮਨ ਵਿੱਚ ਹੀ ਲੱਡੂ ਭੋਰਨੇ ਸ਼ੁਰੂ ਕੀਤੇ ਹੋਏ ਹਨ। ਕੌਣ ਕਸ਼ਟਿਅਤ ਦਰਸ਼ਨ ਪਾਏ। ਕਹਿੰਦੇ ਕੌਣ ਗੁਰੂ ਦੇ ਦਰਸ਼ਨਾਂ ਲਈ ਇੰਨੀ ਗਰਮੀ 'ਚ ਜਾਏਗਾ, ਮਾਲਵੇ ਦੇਸ਼ ਦੇ ਕੰਢਿਆਂ ਨੂੰ ਮਿੱਧੇਗਾ ਆਪਣੇ ਪੈਰਾਂ ਥੱਲੇ। ਪੁਨਹ ਮੋਹਿ ਗੁਰਤਾ ਬਿਦਤਾਵੈ। ਫਿਰ ਮੇਰੀ ਗੁਰਤਾ ਕਰਦੀ ਪ੍ਰਗਟ ਹੋਈ, ਫਿਰ ਲੋਕ ਮੇਰੇ ਕੋਲ ਆਉਣਗੇ, ਦਿੱਲੀ ਵੀ ਆਉਣਗੇ, ਜਿੱਥੇ ਮੈਂ ਜਾਵਾਂਗਾ ਉੱਥੇ ਹੀ ਮੇਰੇ ਕੋਲ ਆਉਣਗੇ। ਕਹਿਣਗੇ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੱਲ ਛੱਡੋ ਪਰੇ, ਉੱਥੇ ਦਾ ਔਖਾ ਹੈ ਜਾਣਾ, ਆਪਾਂ ਬਾਬੇ ਰਾਮ ਰਾਏ ਕੋਲ ਚੱਲਦੇ ਆ, ਫਿਰ ਮੇਰੀ ਮਾਨਤਾ ਵੱਧ ਜਾਏਗੀ। ਸਿੱਖ ਸੰਗਤ ਸਗਰੇ ਚਲ ਆਵੇ। ਸਿੱਖ ਸੰਗਤਾਂ ਸਾਰੀਆਂ ਚੱਲ ਕੇ ਮੇਰੇ ਕੋਲ ਆਉਣਗੀਆਂ, ਸਾਰੀਆਂ ਦਿੱਲੀ ਵਿੱਚ ਰੌਣਕਾਂ ਲੱਗਿਆ ਕਰਨਗੀਆਂ। ਜਾਂ ਮੈਂ ਕੀਰਤਪੁਰ ਤੇ ਵੀ ਕਬਜ਼ਾ ਕਰ ਲਾਂਗਾ ਜਾ ਕੇ, ਫਿਰ ਮੇਰੀ ਜੈ ਜੈਕਾਰ ਹੋ ਜਾਏਗੀ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ
ਆਪਣੇ ਨਾਲ ਬੈਠੇ ਹੋਏ ਆਪਣੇ ਮਸੰਦਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਹਨ। ਧਨੀ ਮਸੰਦਨ ਕੋ ਤਨ ਦਹ। ਬੜੇ ਬੜੇ ਜਿਹੜੇ ਮਸੰਦ ਧਨੀ ਹਨ, ਵੱਡੇ ਵੱਡੇ, ਉਹਨਾਂ ਨੂੰ ਮੰਨਦੇ ਹਨ, ਉਹਨਾਂ ਨੂੰ ਵੀ ਆਪਾਂ ਸਰੋਪੇ ਮਾਇਆ ਦੇ ਕੇ ਆਪਣੇ ਵੱਲ ਲਾ ਲਵਾਂਗੇ। ਸਿਰੇ ਪਾਉ ਬਖਸ਼ੀਸ਼ ਕਰਹ। ਸਰੋਪੇ ਬਖਸ਼ਾਂਗੇ, ਸਨਮਾਨ ਦੇਾਂਗੇ, ਸਮਝਾਵਾਂ ਬੁਝਾਵਾਂਗੇ। ਜਿਹੜੇ ਵੱਡੇ ਵੱਡੇ ਮਸੰਦ ਗੁਰੂ ਹਰਕ੍ਰਿਸ਼ਨ ਸਾਹਿਬ ਵੱਲ ਪ੍ਰਚਾਰ ਕਰਦੇ ਨੇ, ਉਹਨਾਂ ਨੂੰ ਗੁਰਤਾ ਗੱਦੀ ਦਾ ਦਾਅਵਾ ਕਰਦੇ ਨੇ, ਉਹ ਫਿਰ ਸਾਡਾ ਪ੍ਰਚਾਰ ਕਰਨਗੇ, ਅਸੀਂ ਉਹਨਾਂ ਨੂੰ ਅਪਣਾ ਲਵਾਂਗੇ। ਬਹੁ ਸਨਮਾਨ ਆਵਨ ਜਨ। ਕਹਿੰਦੇ ਫਿਰ ਬਹੁਤ ਮਾਣ ਸਨਮਾਨ ਸਰੋਪੇ ਦੇ ਕੇ ਅਸੀਂ ਮਸੰਦਾਂ ਦਾ ਕਰਾਂਗੇ ਤੇ ਸਾਡੇ ਕੋਲ ਬਹੁਤ ਸਾਰੇ ਮਸੰਦ ਜੁੜ ਜਾਣਗੇ, ਉਹਨਾਂ ਨੂੰ ਛੱਡ ਦੇਣਗੇ, ਸੰਗਤ ਨੂੰ ਸਾਡੇ ਕੋਲ ਹੀ ਲਿਆਇਆ ਕਰਨਗੇ। ਹੌਲੇ ਹੌਲੇ ਅਸੀਂ ਗੁਰੂ ਨਾਨਕ ਦੀ ਗੱਦੀ ਦੇ ਪੱਕੇ ਮਾਲਕ ਬਣ ਜਾਵਾਂਗੇ। ਤਿਸ ਤੇ ਹਟ ਇਤ ਹੀ ਕੋ ਮਨ। ਉਹਨਾਂ ਨੂੰ ਛੱਡ ਕੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਛੱਡ ਕੇ ਸਾਨੂੰ ਹੀ ਮੰਨਣਗੇ। ਸਭ ਮਾਨਵ ਸੁਖ ਕੇ ਬਸ ਅਹ। ਔਰ ਸਾਰੇ ਲੋਕ ਜਿਹੜੇ ਹਨ ਉਹ ਸੁਖ ਦੇ ਵਸ ਵਿੱਚ ਹਨ। ਸਾਰੀ ਦੁਨੀਆ ਸੁਖ ਚਾਹੁੰਦੀ ਹੈ, ਦੁਖੀ ਕੋਈ ਨਹੀਂ ਹੋਣਾ ਚਾਹੁੰਦਾ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਦੁਖੀ ਤਾਂ ਨਹੀਂ ਕੋਈ ਹੋਣਾ ਚਾਹੁੰਦਾ। ਸਾਰੇ ਸੁੱਖ ਦੇ ਵਸ ਹਨ। ਅਸੀਂ ਲੋਕਾਂ ਨੂੰ ਸੁੱਖ ਸਹੂਲਤਾਂ ਇੰਨੀਆਂ ਦੇਾਂਗੇ ਵੀ ਸਾਰੇ ਲੋਕ ਸਾਨੂੰ ਹੀ ਗੁਰੂ ਮੰਨਣਗੇ। ਪਹੁੰਚ ਹੈ ਤਹਾਂ ਜਹਾਂ ਬਹਲ ਹੈ। ਜਿੱਥੇ ਸੁੱਖ ਮਿਲਦਾ ਲੋਕ ਉੱਥੇ ਜਾਂਦੇ ਹਨ। ਜਿਹੜੇ ਡੇਰੇ 'ਚ ਖੀਰ ਕੜਾਹ ਪੂੜੀਆਂ ਵਧੀਆ ਬਣਦੀਆਂ ਹੋਣ, ਮੰਜੇ ਬਿਸਤਰੇ ਕਮਰੇ ਵਧੀਆ ਮਿਲਦੇ ਹੋਣ, ਲੋਕ ਉੱਧਰ ਦੌੜ ਦੌੜ ਕੇ ਜਾਂਦੇ ਹਨ। ਤੇ ਜਮਾਲ ਵਿੱਚ ਕਿਹਨੇ ਜਾਣਾ ਹੈ? ਉੱਥੇ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਇਕੱਲੇ ਬੈਠੇ ਰਹਿਣਗੇ, ਜਾਂ ਕੋਈ 2-4-10% ਸਿੱਖ ਮਾਲਵੇ ਵਾਲੇ ਮੱਥਾ ਟੇਕ ਦਿਆ ਕਰਨਗੇ। ਬਾਕੀ ਜਿਹੜੀ ਦੁਨੀਆ, ਸਾਰਾ ਮੁਲਕ ਉਹ ਸਾਨੂੰ ਹੀ ਮੰਨੇਗਾ। ਅਸੀਂ ਸੁੱਖ ਸਹੂਲਤਾਂ ਸਾਰੀਆਂ ਸਿੱਖਾਂ ਨੂੰ ਪ੍ਰਦਾਨ ਕਰਾਂਗੇ। ਇਹ ਉਪਾਏ ਅਬ ਮੈਂ ਕਰ ਆਵਾ। ਬਾਬਾ ਰਾਮ ਰਾਏ ਭਾਈ ਗੁਰਦਾਸ ਜੀ ਹੋਰਾਂ ਨੂੰ, ਸਾਈ ਬਹਿਲੋ ਦੇ ਵੰਸੀਆਂ ਨੂੰ ਦੱਸ ਰਿਹਾ, ਮਸੰਦਾਂ ਨੂੰ ਦੱਸ ਰਿਹਾ, ਮੈਂ ਏਦਾਂ ਦਾ ਉਪਾਅ ਕਰਕੇ ਆਇਆ ਅੱਜ ਕਚਹਿਰੀ ਦੇ ਵਿੱਚ। ਸਤਿਗੁਰ ਜਨ ਹੈ ਕਿਮ ਬਨ ਜਾਵਾ। ਹੁਣ ਇਹ ਗੁਰੂ ਜਾਣੇ ਵੀ ਕੀ ਬਣਨਾ ਹੈ। ਬਾਬੇ ਰਾਮ ਰਾਏ ਨੂੰ ਅਜੇ ਪੂਰਾ ਵਿਸ਼ਵਾਸ ਨਹੀਂ ਵੀ ਕੀ ਹੋਣਾ। ਕਹਿੰਦਾ ਅਜੇ ਰੱਬ ਜਾਣੇ ਕੀ ਬਣੇਗਾ, ਪਰ ਮੈਨੂੰ ਲੱਗਦਾ ਵੀ ਕੰਮ ਠੀਕ ਹੋ ਗਿਆ, ਹੁਣ ਗੱਡੀ ਲੀਹ ਤੇ ਆ ਗਈ ਆਪਣੀ। ਹਾਂਜੀ, ਮੁਝ ਮਨ ਮੈਂ ਨਿਸ਼ਚਾ ਅਸਪਾਵਤ। ਮੇਰੇ ਮਨ 'ਚ ਇਹ ਨਿਸ਼ਚਾ ਬਣ ਗਿਆ, ਵਿਸ਼ਵਾਸ ਬਣ ਗਿਆ ਹੈ। ਸ਼੍ਰੀ ਹਰਿ ਕ੍ਰਿਸ਼ਨ ਨਹੀਂ ਇਤ ਆਵਤ। ਸ੍ਰੀ ਹਰਿਕ੍ਰਿਸ਼ਨ ਜੀ ਮੈਨੂੰ ਇਦਾਂ ਲੱਗਦਾ ਵੀ ਬਾਦਸ਼ਾਹ ਦੇ ਸੱਦੇ ਤੇ ਦਿੱਲੀ ਨਹੀਂ ਆਉਣਗੇ। ਇਹ ਤਾਂ 100% ਰਾਮ ਰਾਏ ਮੰਨੀ ਬੈਠਾ ਸੀ ਵੀ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਨਾ ਆਏ ਤਾਂ ਫਿਰ ਸਾਡੀ ਹੋਰ ਮੌਜ ਬਣੇਗੀ। ਵੀ ਉਹ ਆਉਣ ਹੀ ਨਾ ਤੇ ਅਸੀਂ ਕਹਾਂਗੇ ਦੇਖੋ ਬਾਦਸ਼ਾਹ ਉਹਦਾ ਬਾਗੀ ਨੇ, ਤੁਹਾਡੇ ਤੋਂ ਤੁਹਾਡੀ ਪਰਵਾਹ ਹੀ ਨਹੀਂ ਕਰਦੇ। ਤੇ ਫਿਰ ਆਪਾਂ ਦੂਜੇ ਪਾਸੇ ਪ੍ਰਚਾਰ ਕਰਾਂਗੇ ਵੀ ਬਾਦਸ਼ਾਹ ਦੀ ਕਚਹਿਰੀ 'ਚ ਆਉਣ ਦੀ ਉਹਨਾਂ ਦੀ ਜੁਰਤ ਨਹੀਂ ਹੈ, ਹਿੰਮਤ ਨਹੀਂ ਹੈ। ਫਿਰ ਇਹਨਾਂ ਨੂੰ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਆਪਾਂ ਕਰਾਂਗੇ। ਸੋ ਸਾਧ ਸੰਗਤ ਜੀ, ਇਹ ਦੁਨਿਆਵੀ ਬਿਰਤੀ ਬਾਬਾ ਰਾਮ ਰਾਏ 'ਚ ਆ ਗਈ। ਇਹ ਫਰਕ ਹੈ ਗੁਰੂ ਦਾ ਤੇ ਕਰਾਮਾਤਾਂ ਵਾਲੇ ਸਾਧੂ ਦਾ। ਸਾਧੂ ਕਹਿ ਲੋ ਜਾਂ ਕੋਈ ਕਰਾਮਾਤੀ ਸਿੱਧ ਕਹਿ ਲੋ, ਪੁਰਸ਼ ਕਹਿ ਲੋ, ਬਾਬਾ ਕਹਿ ਲੋ, ਸਾਰਾ ਕੁਝ ਠੀਕ ਸੀਗਾ, ਪਰ ਉਹ ਜਿਹੜਾ ਅੰਦਰ ਪਿਆ ਪ੍ਰੇਮ ਹੁੰਦਾ, ਇਨਸਾਨੀਅਤ ਹੁੰਦੀ ਹੈ, ਜਿਹੜਾ ਅੰਦਰ ਦੀ ਰੂਹਾਨੀਅਤ ਹੁੰਦੀ ਹੈ, ਜਿਹੜੀ ਗੁਰੂ ਦੇ ਵਾਲੇ ਦੇਵੀ ਗੁਣ ਹੁੰਦੇ ਨੇ, ਨਿਰਵੈਰਤਾ, ਨਿਰਭਉ, ਉਹ ਬਾਬੇ ਰਾਮ ਰਾਏ 'ਚ ਨਹੀਂ ਆ ਸਕੀ। ਈਰਖਾ ਆ ਗਈ, ਵੈਰ ਆ ਗਿਆ, ਆਪਣੀ ਵਡਿਆਈ ਦੀ ਭੁੱਖ ਆ ਗਈ, ਸਵਾਰਥ ਆ ਗਿਆ। ਸੋ ਬਾਬਾ ਰਾਮ ਰਾਏ ਏਦਾਂ ਜਦੋਂ ਆਪਣੇ ਮਸੰਦਾਂ ਨੂੰ ਕਹਿਣ ਲੱਗਾ, ਨਹੀਂ ਪ੍ਰਤੱਗਿਆ ਕਹੋ ਪਰ ਹਰਾ। ਕਹਿੰਦੇ ਜੇ ਸ੍ਰੀ ਹਰਿਕ੍ਰਿਸ਼ਨ ਜੀ ਆਪਣੀ ਪ੍ਰਤੱਗਿਆ ਚੇਤੇ ਕਰਨਗੇ ਵੀ ਅਸੀਂ ਤਾਂ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ, ਉਹ ਦਿੱਲੀ ਨਹੀਂ ਆਉਣਗੇ। ਕਹਿਓ ਬਾਕ ਕੋ ਪਾਲਨ ਕਰ। ਆਪਣੇ ਕੀਤੇ ਬਚਨਾਂ ਤੇ ਹੀ ਉਹ ਲੋਕ ਪੱਕੇ ਉਤਰਦੇ ਨੇ। ਧਰਮੀ ਬੰਦੇ ਹੁੰਦੇ ਆ ਨਾ, ਇਹ ਆਪਣੀ ਕੀਤੀ ਹੋਈ ਗੱਲ ਉੱਤੇ ਮਰ ਮਿਟ ਜਾਂਦੇ ਆ। ਤੇ ਰਾਮ ਰਾਏ ਕਹਿੰਦਾ ਵੀ ਉਹਨਾਂ ਨੇ ਆਪਣਾ ਪਰਣ ਹੀ ਨਿਭਾਉਣਾ ਹੈ, ਜਿਸ ਕਰਕੇ ਉਹ ਸਾਡੇ ਵੱਲ ਦਿੱਲੀ ਵੱਲ ਨਹੀਂ ਆਉਣਗੇ। ਦੋਨੋਂ ਬਿਦਨ ਮੋਹੇ ਗੁਣ ਹੋਏ। ਜੇ ਨਾ ਆਉਣ ਤਾਂ ਵੀ ਮੇਰਾ ਫਾਇਦਾ ਹੈ, ਜੇ ਆ ਜਾਣ ਤਾਂ ਵੀ ਮੇਰਾ ਹੀ ਫਾਇਦਾ ਹੈ। ਦੋਵੇਂ ਗੱਲਾਂ 'ਚ ਮੈਨੂੰ ਲਾਭ ਨਜ਼ਰ ਆਉਂਦਾ ਹੈ। ਆਵਹਿ ਕਿ ਦੋ ਨ ਆਵਹਿ ਸੋਏ। ਤਾਂ ਜੇ ਉਹ ਆ ਜਾਣ ਤੇ ਫਿਰ ਆਪਾਂ ਇਹ ਕਵਾਂਗੇ ਵੀ ਇਹਨਾਂ ਨੇ ਤੇ ਪਰਣ ਕੀਤਾ ਸੀ, ਬਾਦਸ਼ਾਹ ਨੂੰ ਨਹੀਂ ਮਿਲਣਾ, ਹੁਣ ਕਿਉਂ ਆ ਗਏ ਨੇ?
ਜੇ ਨਾ ਆਏ ਤੇ ਫਿਰ ਕਵਾਂਗੇ ਵੀ ਉਹਨਾਂ ਦੇ ਵਿੱਚ ਇੰਨੀ ਹਿੰਮਤ ਹੀ ਨਹੀਂ, ਉਹ ਬਾਦਸ਼ਾਹ ਦੇ ਕੋਲ ਕਿਵੇਂ ਆ ਸਕਦੇ ਨੇ। ਏਦਾਂ ਬਾਬਾ ਰਾਮ ਰਾਏ ਜੀ ਦੋਵੇਂ ਪਾਸਿਆਂ ਤੋਂ ਬੜਾ ਆਪਣੇ ਵੱਲੋਂ ਜਾਲ ਵਿਛਾਇਆ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਖਿਲਾਫ। ਆਪਣੇ ਲੋਕਾਂ ਵਿੱਚ, ਆਪਣੇ ਖਾਸ ਬੰਦਿਆਂ, ਜਦੋਂ ਬਾਬੇ ਰਾਮ ਰਾਏ ਜੀ ਨੇ ਇਹ ਗੱਲ ਕੀਤੀ ਮਜਨੂ ਦੇ ਟਿੱਲੇ ਬੈਠ ਕੇ, ਮਨ 'ਚ ਕੁਝ ਖੁਸ਼ੀ ਸੀ। ਅੱਜ ਰਾਮ ਰਾਏ ਕਈ ਦਿਨਾਂ ਪਿੱਛੋਂ ਕੋਈ ਠੰਡਾ ਜਿਹਾ ਹੋਇਆ ਬੈਠਾ ਸੀ ਵੀ ਚਲੋ ਅੱਜ ਮੌਕਾ ਬਣ ਗਿਆ। ਜਦੋਂ ਦੀ ਖਬਰ ਆਈ ਸੀ ਨਾ ਵੀ ਗੁਰੂ ਰਾਏ ਸਾਹਿਬ ਜੋਤੀ ਜੋਤ ਸਮਾ ਗਏ ਨੇ ਤੇ ਗੱਦੀ ਸ੍ਰੀ ਹਰਕ੍ਰਿਸ਼ਨ ਸਾਹਿਬ ਨੂੰ ਬਿਠਾ ਗਏ ਨੇ, ਉਸ ਦਿਨ ਦਾ ਬਾਬੇ ਰਾਮ ਰਾਏ ਨੂੰ ਪ੍ਰਸ਼ਾਦਾ ਨਹੀਂ ਸੀ ਚੰਗਾ ਲੱਗਦਾ ਵੀ ਗੱਦੀ ਮੇਰੇ ਹੱਥੋਂ ਚਲੀ ਗਈ ਹੈ। ਹੁਣ ਬਾਬੇ ਰਾਮ ਰਾਏ ਨੂੰ ਥੋੜਾ ਜਿਹਾ ਹੌਸਲਾ ਹੋਇਆ ਹੈ। ਹੋਣੀ ਨੂੰ ਬਾਬਾ ਰਾਮ ਰਾਏ ਨਹੀਂ ਜਾਣਦੇ ਵੀ ਕਰਤਾਰ ਕੀ ਕਰ ਰਿਹਾ ਹੈ, ਪਰਮੇਸ਼ਰ ਦਾ ਭਾਣਾ ਕੀ ਵਰਤਣਾ ਹੈ। ਹੋਣਾ ਇਹ ਹੈ ਵੀ ਸੂਰਜ ਚੜ੍ਹਨਾ ਹੈ ਤੇ ਦੀਵੇ ਦੀ ਲੋ ਮੱਧਮ ਹੋ ਜਾਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਉਂ ਕਰ ਸੂਰਜ ਨਿਕਲਿਆ, ਜਾ ਕੇ ਸੂਰਜ ਦੀ ਤਰ੍ਹਾਂ ਦਿੱਲੀ 'ਚ ਗੱਜਣਗੇ, ਗੁਰੂ ਨਾਨਕ ਦੀ ਜੋਤ ਦਾ ਪ੍ਰਕਾਸ਼ ਦਿੱਲੀ 'ਚ ਹੋਵੇਗਾ, ਉਦੋਂ ਬਾਬੇ ਰਾਮ ਰਾਏ ਵਰਗੇ ਸਾਰੇ ਤਾਰੇ ਟਿਮਟਿਮਾਉਂਦੇ ਹੋਏ ਮੱਧਮ ਪੈ ਜਾਣਗੇ। ਪਰ ਬਾਬਾ ਰਾਮ ਰਾਏ ਤਾਂ ਉਹ ਬੜੀਆਂ ਉੱਚੀਆਂ ਉੱਚੀਆਂ ਉਡਾਰੀਆਂ ਸੋਚਾਂ ਦੀਆਂ ਲਾ ਰਿਹਾ ਹੈ। ਕਹਿੰਦਾ ਬਸ ਥੋੜੇ ਦਿਨਾਂ ਦੀ ਗੱਲ ਹੈ, ਮਹੀਨੇ 2 ਮਹੀਨਿਆਂ 'ਚ ਆਪਣੀ ਗੁਰਿਆਈ ਗੱਦੀ ਪੱਕੀ ਹੋ ਜਾਣੀ ਹੈ। ਖਾਨ ਪਾਨ ਕਰ ਸੁਪਤੇ ਰਾਤੀ, ਬੜੇ ਪ੍ਰੇਮ ਨਾਲ ਪ੍ਰਸ਼ਾਦਾ ਪਾਣੀ ਛਕ ਕੇ ਬਾਬਾ ਜੀ ਸੁੱਤੇ ਹਨ। ਸੁਖ ਸੋਭਤੀ ਸੋ ਭਈ ਪ੍ਰਭਾਤੀ, ਸੁਖ ਦੇ ਨਾਲ ਰਾਤ ਬੀਤੀ ਐ ਸਵੇਰਾ ਹੋਇਆ ਹੈ। ਉੱਠ ਜਾ ਸਿੰਘ ਸਵਾਈ ਰਾਜਾ, ਰਾਜੇ ਜੈ ਸਿੰਘ ਨੇ ਸਵੇਰੇ ਉੱਠ ਕੇ ਕਹਿਓ ਸ਼ਾਹ ਚਤਵਤ ਕੋ ਕਾਜਾ, ਕਿ ਜੋ ਬਾਦਸ਼ਾਹ ਨੇ ਡਿਊਟੀ ਲਾਈ ਸੀ ਉਹਦੇ ਬਾਰੇ ਸੋਚਣ ਲੱਗਾ। ਰਾਜਾ ਜੈ ਸਿੰਘ ਨਿਤ ਕੀ ਕਿਰਿਆ ਕੀਨ ਸ਼ੁਭਰੀਤ, ਉਹਨੇ ਰੋਜ਼ ਦੀ ਜਿਹੜੀ ਆਪਣੀ ਨੇ ਪੂਜਾ ਪਾਠ ਨਿਤਨੇਮ ਕਰਦਾ ਸੀ, ਇਸ਼ਨਾਨ ਪਾਨ ਕਰਕੇ ਸਵੇਰੇ ਆਪਣਾ ਕਰ ਲਿਆ ਹੈ। ਬੈਠਿਓ ਨਿਜ ਆਸਨ ਮੁਦ ਚੀਤ, ਫਿਰ ਰਾਜਾ ਜੈ ਸਿੰਘ ਆਪਣੇ ਆਸਣ ਤੇ ਬੈਠਾ ਹੈ। ਇੱਕ ਪ੍ਰਧਾਨ ਕਾਰਨ ਕਰਿਓ, ਉਹਨੇ ਆਪਣਾ ਇੱਕ ਮੰਤਰੀ, ਪ੍ਰਧਾਨ ਮੰਤਰੀ ਜਿਹੜਾ ਸੀ ਉਹਦਾ, ਰਾਜਾ ਸੀ ਨਾ ਜੈਪੁਰ ਦਾ ਬਹੁਤ ਵੱਡਾ, ਹੁਣ ਵੀ ਉੱਥੇ ਜੈਪੁਰ ਜਾਓ ਤਾਂ ਉਹ ਰਾਜੇ ਦੇ ਮਹਿਲ ਮੌਜੂਦ ਹਨ, ਉਹਦੇ ਕਿਲੇ ਮੌਜੂਦ ਹਨ ਜੈਪੁਰ ਦੇ ਵਿੱਚ। ਔਰ ਇਹ ਵੀ ਸਾਧ ਸੰਗਤ ਦੀ ਇਹ ਖਾਸੀਅਤ ਹੈ ਕਿ ਪੰਜਾਬ ਦੇ ਰਾਜਿਆਂ ਦੀਆਂ ਰਿਆਸਤਾਂ ਦੇ ਕਿਲੇ ਢਾਹ ਕੇ ਢੇਰੀ ਕੀਤੇ ਜਾ ਰਹੇ ਹੈ। ਨਾਭੇ ਦਾ ਹੀਰਾ ਮਹਿਲ ਦੇਖੋ ਕਿੰਨਾ ਮਾੜਾ ਹਾਲ ਹੈ। ਇਸੇ ਤਰ੍ਹਾਂ ਪੰਜਾਬ ਦੇ ਰਾਜਿਆਂ ਦੇ ਕਿਲੇ ਵੀ ਢਹਿ ਰਹੇ ਹੈ। ਪਰ ਜੈਪੁਰ ਦੇ ਰਾਜਿਆਂ ਨੇ ਆਪਣੇ ਕਿਲੇ ਅਜੇ ਤੱਕ ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਸਾਂਭੇ ਹੋਏ, ਮੇਨਟੇਨ ਕੀਤੇ ਹੋਏ ਹੈ। ਹਿਸਟੋਰੀਕਲ ਸਿੱਖਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ। ਉਹ ਜੇ ਕੋਈ ਪੁਰਾਣੀ ਬਿਲਡਿੰਗ ਹੋਵੇ ਤੇ ਕਾਰ ਸੇਵਾ ਨੂੰ ਦੇ ਦਿੰਦੇ ਆ ਵੀ ਤੋੜ ਕੇ ਢਾਹ ਕੇ ਖਤਮ ਕਰੋ, ਤੇ ਜੇ ਕੋਈ ਕਿਲੇ ਸਰਕਾਰ ਦੇ ਕੋਲ ਨੇ ਤੇ ਉਹਨਾਂ ਨੇ ਵੀ ਉਹਦਾ ਕੋਈ ਖਿਆਲ ਨਹੀਂ ਕੀਤਾ। ਦੇਖੋ ਨਾਭੇ ਦੇ, ਪਟਿਆਲੇ ਦੇ, ਕਪੂਰਥਲੇ ਦੇ, ਫਰੀਦਕੋਟ ਦੇ, ਏਦਾਂ ਪੰਜਾਬ ਦੇ ਵੀ 5-7 ਰਾਜੇ ਰਿਆਸਤਾਂ ਦੇ ਛੋਟੇ ਮੋਟੇ ਕਿਲੇ ਸਨ, ਉਹ ਸਭ ਸਾਡੇ ਖਤਮ ਹੋ ਗਏ। ਨਿਸ਼ਾਨੀਆਂ ਥੋੜੀਆਂ ਬਾੜੀਆਂ ਰਹਿ ਗਈਆਂ, ਜਿਵੇਂ ਪਟਿਆਲੇ ਦੇ 1-2 ਕਿਲੇ ਹਨ, ਪਰ ਜਿੰਨੀ ਸੰਭਾਲ ਰਾਜਸਥਾਨ ਵਿੱਚ ਕਿਲਿਆਂ ਦੀ ਹੈ ਉਨੀ ਪਟਿਆਲੇ, ਨਾਭੇ ਆਦਿਕ ਰਿਆਸਤਾਂ ਦੀ, ਪੰਜਾਬ ਦੇ ਕਿਲਿਆਂ ਦੀ ਨਹੀਂ ਹੈ। ਇਹ ਸਾਨੂੰ ਸਾਰਿਆਂ ਨੂੰ, ਪੰਜਾਬੀਆਂ ਨੂੰ, ਪੰਜਾਬ ਦੀਆਂ ਸਰਕਾਰਾਂ ਨੂੰ ਅਤੇ ਸਿੱਖਾਂ ਨੂੰ ਖਾਸ ਕਰਕੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਸੋ ਜੈਪੁਰ ਦੇ ਰਾਜੇ ਜੈ ਸਿੰਘ ਨੇ ਗੁਰੂ ਮਹਾਰਾਜ ਨੂੰ ਸੱਦਣ ਵਾਸਤੇ ਆਪਣੇ ਪ੍ਰਧਾਨ ਮੰਤਰੀ ਨੂੰ ਹੁਕਮ ਲਾਇਆ ਹੈ। ਸਨਮਾਨਤ ਬਹੁ ਅਚਰਿਓ, ਉਹਦਾ ਬੜਾ ਸਨਮਾਨ ਕਰਕੇ ਰਾਜੇ ਨੇ ਉਸ ਨੂੰ ਆਖਿਆ, ਬ੍ਰਿਧ ਸੁਸ਼ੀਲ ਅਧਿਕ ਪਦਵਾਨਾ, ਆਪ ਜੀ ਸਾਡੇ ਪੁਰਾਣੇ ਮੰਤਰੀ ਹੋ, ਬਿਰਧ ਹੋ ਔਰ ਬੁੱਧੀਮਾਨ ਹੋ, ਸਿਆਣੇ ਹੋ, ਨੀਕੋ ਸਕਲ ਰੀਤ ਤੇ ਜਾਣਾ, ਔਰ ਤੁਸੀਂ ਸਾਡੇ ਘਰ ਦੀਆਂ ਰੀਤੀ ਰਿਵਾਜ ਪਰੰਪਰਾ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਕਿਉਂਕਿ ਪਹਿਲੇ ਰਾਜੇ ਖਾਨਦਾਨੀ ਹੁੰਦੇ ਸੀਗੇ ਤੇ ਉਹਨਾਂ ਦੇ ਮੰਤਰੀ ਵੀ ਖਾਨਦਾਨੀ ਹੁੰਦੇ ਸੀ। ਜਿਵੇਂ ਰਾਜੇ ਦਾ ਪੁੱਤਰ ਰਾਜਾ ਬਣਦਾ ਸੀ, ਵਜ਼ੀਰ ਦਾ ਪੁੱਤਰ ਵਜ਼ੀਰ ਬਣਦਾ ਸੀ। ਉਹਦਾ ਫਾਇਦਾ ਇਹ ਸੀ ਵੀ ਉਹਨਾਂ ਨੂੰ ਉਸ ਘਰ ਦੀ ਮਰਜ਼ਾਦਾ, ਰੀਤੀ ਰਿਵਾਜ ਬਾਹਰੋਂ ਆ ਕੇ ਨਹੀਂ ਸੀ ਸਿੱਖਣਾ ਪੈਂਦਾ, ਘਰ ਦੇ ਵਿੱਚ ਹੀ ਉਹ ਸਾਰਾ ਕੁਝ ਪ੍ਰੈਕਟੀਕਲ ਕਰ ਲੈਂਦੇ ਸੀ। ਇਹ ਅੱਜ ਜਿਹੜਾ ਨਵਾਂ ਜ਼ਮਾਨਾ ਆ ਗਿਆ ਡੈਮੋਕ੍ਰੇਸੀ ਵਾਲਾ,
ਇਹਦੇ ਵਿੱਚ ਸਾਧ ਸੰਗਤ ਜੀ ਅਸੀਂ ਅਨਾੜੀ ਬੰਦਿਆਂ ਨੂੰ ਮੁਲਕਾਂ ਦੀਆਂ ਡੋਰਾਂ ਸੰਭਾਲ ਦਿੰਦੇ ਹਾਂ। ਜਿਨ੍ਹਾਂ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਰਾਜ ਕੀ ਹੈ, ਪ੍ਰਬੰਧ ਕੀ ਹੈ, ਸਿਸਟਮ ਕੀ ਹੈ, ਉਹ ਜਦੋਂ ਵੱਡੇ ਵੱਡੇ ਅਹੁਦਿਆਂ ਤੇ ਮੰਤਰੀ ਬਣ ਜਾਂਦੇ ਆ, ਪ੍ਰਧਾਨ ਮੰਤਰੀ ਬਣ ਜਾਂਦੇ ਆ, ਰਾਸ਼ਟਰਪਤੀ ਬਣ ਜਾਂਦੇ ਆ, ਮੁੱਖ ਮੰਤਰੀ ਬਣ ਜਾਂਦੇ ਆ, ਉਹਨਾਂ ਨੂੰ ਨਾ ਬੋਲਣ ਦਾ ਪਤਾ ਹੁੰਦਾ, ਨਾ ਬਹਿਣ ਦਾ, ਨਾ ਉੱਠਣ ਦਾ। ਉਹ ਫਿਰ ਉਹ ਬੜੇ ਉਪਦਰਵ ਕਰ ਦਿੰਦੇ ਆ ਮੁਲਕਾਂ ਦੇ ਵਿੱਚ। ਪਹਿਲਾਂ ਰਾਜੇ ਜਿਹੜੇ ਹੁੰਦੇ ਸੀ ਖਾਨਦਾਨੀ ਹੁੰਦੇ ਸੀਗੇ, ਪਿਓ ਪੁੱਤ ਪੜੋਤੇ ਗਾਂ ਦੀ ਗਾਂ। ਭਾਈ ਸਾਹਿਬ ਗੁਰਦਾਸ ਜੀ ਨੇ ਵੀ ਲਿਖਿਆ ਨਾ, ਨਿਰਪੁੱਤ ਸੁਧ ਨਿਰਪ ਹੋਏ, ਰਾਜੇ ਦਾ ਪੁੱਤਰ ਹੀ ਰਾਜਾ ਹੁੰਦਾ। ਏਦਾਂ ਮੰਤਰੀਆਂ ਦੇ ਪੁੱਤਰ ਮੰਤਰੀ, ਪ੍ਰੋਤਾਂ ਦੇ ਪੁੱਤਰ ਪ੍ਰੋਤ, ਸੈਨਾਪਤੀਆਂ ਦੇ ਪੁੱਤਰ ਸੈਨਾਪਤੀ ਹੁੰਦੇ ਸਨ। ਉਹਨਾਂ ਨੂੰ ਗੁੜਤੀ ਮਿਲੀ ਹੁੰਦੀ ਸੀ ਉਸ ਕੰਮ ਦੀ। ਰਾਜੇ ਨੂੰ ਵੀ ਪਤਾ ਹੁੰਦਾ ਸੀ ਵੀ ਮੈਂ ਆਪਣੇ ਮੰਤਰੀ ਨਾਲ ਗੱਲ ਕਿਵੇਂ ਕਰਨੀ, ਮੰਤਰੀ ਨੂੰ ਪਤਾ ਹੁੰਦਾ ਸੀ ਰਾਜੇ ਨਾਲ ਕਿਵੇਂ ਗੱਲ ਕਰਨੀ ਹੈ, ਸਮਾਜ ਨਾਲ ਕਿਵੇਂ ਵਰਤਣਾ। ਉਹ ਖੂਨ ਦੇ ਵਿੱਚ ਹੁੰਦੀ ਸੀ ਗੱਲ। ਅੱਜ ਅਸੀਂ ਡੈਮੋਕ੍ਰੇਸੀ 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 ਦਾ ਰੌਲਾ ਪਾ ਕੇ ਪੂਰੀ ਦੁਨੀਆ ਨੂੰ ਉਸ ਕਗਾਰ ਤੇ ਖੜਾ ਕਰਤਾ ਜਿੱਥੇ ਬਹੁਤਾ ਲੰਮਾ ਸਮਾਂ ਸਮਾਜ ਸੁਖੀ ਨਹੀਂ ਵਸੇਗਾ। ਆਉਣ ਵਾਲਾ ਸਮਾਂ ਜਿਹੜਾ ਹੈ ਬੜਾ ਉਪਦਰਵਾਂ ਵਾਲਾ ਹੋਵੇਗਾ। ਪਰ ਕਈ ਗੱਲਾਂ ਐਸੀਆਂ ਕੌੜੀਆਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਸੋ ਇਹ ਕਈ ਚੀਜ਼ਾਂ ਹਨ ਜਿਹੜੀਆਂ ਇੱਥੇ ਦੱਸੀਆਂ ਜਾ ਰਹੀਆਂ। ਕਵੀ ਜੀ ਦੱਸ ਰਹੇ ਨੇ, ਕਹਿੰਦੇ ਰਾਜੇ ਨੇ ਆਖਿਆ ਮੰਤਰੀ ਜੀ ਤੁਸੀਂ ਸਾਡੇ ਘਰ ਦਾ ਰੀਤੀ ਰਿਵਾਜ ਮਾਨ ਮਰਜ਼ਾਦਾ ਚੰਗੀ ਤਰ੍ਹਾਂ ਜਾਣਦੇ ਹੋ, ਬਿਰਧੋ ਤੁਹਾਨੂੰ ਅਸੀਂ ਬਹੁਤ ਵੱਡੀ ਜ਼ਿੰਮੇਵਾਰੀ ਤੇ ਭੇਜ ਰਹੇ ਹਾਂ। ਹੁਕਮ ਸ਼ਾਹ ਕੋ ਹਮ ਪਰ ਹੋਵਾ, ਸਾਨੂੰ ਬਾਦਸ਼ਾਹ ਨੇ ਵੀ ਹੁਕਮ ਲਾਇਆ ਹੈ ਤੇ ਹੁਕਮ ਬੜੇ ਤਰੀਕੇ ਨਾਲ ਪੂਰਾ ਕਰਨ ਵਾਲਾ ਹੈ, ਕਿਉਂਕਿ ਬਹੁਤ ਵੱਡੀ ਤਾਕਤ ਦੇ ਮਾਲਕ ਹਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਉਹਨਾਂ ਨੂੰ ਦਿੱਲੀ ਸੱਦਣਾ ਹੈ, ਉਹਦੇ ਵਾਸਤੇ ਤੁਸੀਂ ਆਪਣੀ ਸਿਆਣਪ ਦਾ ਪ੍ਰਗਟਾਵਾ ਕਰਨਾ ਹੈ। ਕੋਈ ਹੋਛੀ ਗੱਲ ਨਾ ਹੋਵੇ ਵੀ ਕਿਤੇ ਆਪਾਂ ਵਰ ਲੈਂਦੇ ਲੈਂਦੇ ਕੋਈ ਸ਼ਰਾਪ ਲੈ ਬੈਠੀਏ। ਰਾਜੇ ਨੇ ਬੜੇ ਤਰੀਕੇ ਨਾਲ ਸਮਝਾਇਆ। ਹਾਂਜੀ, ਸ੍ਰੀ ਹਰਿਕ੍ਰਿਸ਼ਨ ਰੂਪ ਲਿਵ ਜੋਵਾ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹਨ। ਬਹੁਤ ਵੱਡੀ ਉਹਨਾਂ ਦੀ ਗੱਦੀ ਹੈ। ਸਾਦਰ ਤਿਨ ਕਹ ਲੈ ਕਰ ਆਵਹ, ਇਸ ਕਰਕੇ ਪ੍ਰਧਾਨ ਮੰਤਰੀ ਜੀ ਤੁਹਾਡੀ ਡਿਊਟੀ ਮੈਂ ਆਪਣੇ ਵੱਲੋਂ ਜ਼ਿੰਮੇਵਾਰੀ ਨਾਲ ਲਾ ਰਿਹਾ। ਤੁਸੀਂ ਜੈਪੁਰ ਦੀ ਰਿਆਸਤ ਵੱਲੋਂ ਵਧੀਆ ਵਧੀਆ ਤੋਹਫੇ, ਗੁਰੂ ਸਾਹਿਬ ਵਾਸਤੇ ਚੰਗੇ ਘੋੜੇ, ਪਾਲਕੀਆਂ, ਮਾਇਆ ਦੇ ਗੱਫੇ, ਸੋਹਣੇ ਦੁਸ਼ਾਲੇ, ਵਧੀਆ ਵਧੀਆ ਤੋਹਫੇ ਨਜ਼ਰਾਨੇ ਲੈ ਕੇ ਜਾਣਾ ਤੇ ਮੇਰੇ ਵੱਲੋਂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਬੇਨਤੀ ਕਰਨੀ ਹੈ ਕਿ 8ਵੇਂ ਪਾਤਸ਼ਾਹ ਜੀ ਦਿੱਲੀ ਆ ਜਾਣ। ਜਦ ਅਸਵਾਰੀ ਅਵੈ ਸਦਾਵਹ, ਔਰ ਸਵਾਰੀਆਂ ਵੀ ਦਿੱਲੀ ਤੋਂ ਰੱਥ, ਗੜਬੈਲਾਂ, ਗੱਡੇ, ਪਾਲਕੀਆਂ ਜੋ ਚਾਹੀਦਾ ਇੱਥੋਂ ਲੈ ਕੇ ਜਾਓ। ਭਾਵੇਂ ਉਹਨਾਂ ਕੋਲ ਵੀ ਰਾਜਿਆਂ ਵਰਗਾ ਸਾਜ਼ ਹੈ, ਪਰ ਅਸੀਂ ਬੁਲਾਇਆ ਨਾ, ਇਸ ਕਰਕੇ ਉਹਨਾਂ ਨੂੰ ਜ਼ਿੰਮੇਵਾਰੀ ਸਾਡੀ ਹੈ ਕਿ ਵਧੀਆ ਵਧੀਆ ਸਵਾਰੀਆਂ 'ਚ ਬਿਠਾ ਕੇ ਦਿੱਲੀ ਲੈ ਕੇ ਆਈਏ। ਸੁੰਦਰ ਸਿਆੰਦਨ ਗਨ ਨਗ ਜਰੇ, ਸੋਹਣੇ ਸੋਹਣੇ ਰੱਥ ਜਿਨ੍ਹਾਂ ਵਿੱਚ ਹੀਰੇ ਮੋਤੀ ਨਗ ਜੜੇ ਹੋਏ ਹਨ। ਬਲੀ ਬਾਹ ਜਿਸ ਜੋਰਨ ਕਰੇ, ਜਿਨ੍ਹਾਂ 'ਚ ਬੜੇ ਬਲੀ ਹਵਾ ਨਾਲ ਗੱਲਾਂ ਕਰਨ ਵਾਲੇ ਘੋੜੇ ਜੁੱਤੇ ਹੋਏ ਹਨ। ਜਰੀ ਦੋਜ ਜਗਮਗ ਚਮਕੰਤਾ, ਔਰ ਜਿਨ੍ਹਾਂ ਦੇ ਉੱਤੇ ਜਰੀਦਾਰ ਝਾਲਰਾਂ ਪਾਈਆਂ ਹੋਈਆਂ ਨੇ, ਜਗਮਗ ਜਗਮਗ ਸੁੱਚੇ ਤਿੱਲੇ ਦੀ ਕਢਾਈ ਕੱਢੀ ਹੋਈ ਚਮਕਦੀ ਲਿਸ਼ਕਾਂ ਮਾਰਦੀ ਹੈ। ਅਸ ਉਛਾਰ ਉਪਰ ਦਤਵੰਤਾ, ਇਹੋ ਜਿਹੇ ਸੋਹਣੇ ਜਰੀਦਾਰ ਉਛਾੜਾਂ ਨਾਲ ਜਿਹੜੇ ਰੱਥ ਟਕੇ ਹੋਏ ਨੇ, ਜਿਨ੍ਹਾਂ ਘੋੜਿਆਂ ਦੀਆਂ ਝੁੱਲਾਂ ਹੀ ਸੂਰਜ ਦੇ ਵਿੱਚ ਬੜੀਆਂ ਲਿਸ਼ਕਦੀਆਂ ਸੂਰਜ ਤਰ੍ਹਾਂ ਚਮਕਦੀਆਂ ਹਨ। ਰਚਰ ਪਾਲਕੀ ਮੁਕਰ ਜਰਾਉ, ਔਰ ਜਿਹੜੀ ਇਹ ਪਾਲਕੀਆਂ ਸੁੰਦਰ ਨੇ, ਸ਼ੀਸ਼ੇ ਦੀਆਂ ਟੁਕੜੀਆਂ, ਹੀਰੇ ਮੋਤੀ ਨਗ ਜਿਨ੍ਹਾਂ 'ਚ ਜੜੇ ਹੋਏ ਨੇ, ਵਧੀਆ ਸੋਹਣੀਆਂ ਪਾਲਕੀਆਂ ਲੈ ਕੇ ਜਾਓ। ਦੇਹ ਹਕਾਰ ਸੰਗ ਸਮਦਾਉ, ਔਰ ਨਾਲ ਨੌਕਰ ਚਾਕਰ, ਰਾਜ ਸਾਜ ਸਾਰਾ ਲੈ ਕੇ ਸਭ ਤਰ੍ਹਾਂ ਦੇ ਗੁਮਾਸਤੇ ਜੋ ਜੋ ਚਾਹੀਦਾ ਹੈ, ਸਤਿਕਾਰ ਮਾਣ ਇੱਜ਼ਤ ਵਿੱਚ ਤੁਸੀਂ ਸਿਆਣੇ ਹੋ ਮੰਤਰੀ ਜੀ, ਸਾਰਾ ਤੁਹਾਨੂੰ ਪਤਾ ਹੈ, ਤੁਸੀਂ ਉਹਦੇ ਮੁਤਾਬਕ ਤਿਆਰੀ ਕਰਵਾਓ। ਹਿਤਮਾਤਨ ਕੇ ਲੀ ਜਹ ਡੋਰੇ, ਔਰ ਸਤਿਗੁਰੂ ਜੀ ਦੇ ਮਾਤਾ ਜੀ ਵੀ ਹਨ, ਉਹਨਾਂ ਵਾਸਤੇ ਡੋਲੇ ਲੈ ਕੇ ਜਾਓ। ਮਾਤਾ ਜੀ ਨੂੰ ਡੋਲਿਆਂ 'ਚ ਬਿਠਾ ਕੇ ਲਿਆਓ। ਜੇਕਰ ਸਾਥ ਆਏ ਇਤ ਔਰੇ, ਜੇ ਜੇ ਮਾਤਾ ਜੀ ਦਿੱਲੀ ਆਉਣਾ ਚਾਹਣਗੇ, ਕਿਉਂਕਿ ਸੰਭਾਵਨਾ ਹੈ ਕਿ ਉਹ ਜ਼ਰੂਰ ਨਾਲ ਆਉਣਗੇ। ਗੁਰੂ ਸਾਹਿਬ ਦੀ ਉਮਰ ਬਾਹਲੀ ਛੋਟੀ ਹੈ, 5.5 ਸਾਲ ਦੇ ਹਨ, ਇਸ ਕਰਕੇ ਮਾਤਾ ਜੀ ਨੇ ਨਾਲ ਜ਼ਰੂਰ ਆਉਣਾ ਹੈ। ਦਾਸੀ ਦਾਸ ਚਿਤਕ ਹੋਏ ਸਾਥ, ਜੇ ਮਾਤਾ ਜੀ ਆਉਣਗੇ ਤਾਂ ਗੁਰੂ ਘਰ ਦੀਆਂ ਦਾਸੀਆਂ ਤੇ ਸੇਵਾਦਾਰ ਟਹਿਲੂਏ ਉਹ ਵੀ ਜ਼ਰੂਰੀ ਨਾਲ ਆਉਣਗੇ। ਉਚਿਤ ਦੇਹ ਅਸਵਾਰੀ ਪਾਥ, ਇਸ ਕਰਕੇ ਉਹਨਾਂ ਦੇ ਰਸਤੇ ਦੀ ਸਵਾਰੀ ਵਧੀਆ ਦੇਣੀ ਹੈ। ਮਾਤਾ ਜੀ ਹੋਰਾਂ ਨੂੰ, ਦਾਸੀਆਂ ਨੂੰ, ਦਾਸਾਂ ਨੂੰ, ਉਹਨਾਂ ਵਾਸਤੇ ਵੀ ਰੱਥ, ਗੱਡੇ, ਗੜਵੈਲਾਂ
ਉਹ ਵਧੀਆ ਲੈ ਕੇ ਜਾਵੋ ਤੁਸੀਂ। ਸੰਗਤ ਰੰਗਮ ਕੁਛ ਲੈ ਜਾਹੋ। ਨਾਲ ਕੁਝ ਘੋੜੇ ਭੇਟਾ ਕਰਨ ਵਾਸਤੇ ਵੀ, ਕਿਉਂਕਿ ਉਹ ਬੜਾ ਵੱਡਾ ਰਾਜਿਆਂ ਮਹਾਰਾਜਿਆਂ ਦਾ ਘਰ ਹੈ। ਚੰਗੇ ਰਾਜਿਆਂ ਮਹਾਰਾਜਿਆਂ ਨੂੰ ਰਾਜੇ ਮਹਾਰਾਜੇ ਘੋੜੇ ਭੇਟਾ ਕਰਿਆ ਕਰਦੇ ਸਨ। ਗੁਰੂ ਸਾਹਿਬ 6ਵੇਂ ਪਾਤਸ਼ਾਹ ਦੀਆਂ ਫੌਜਾਂ ਹਨ ਉੱਥੇ, ਉਹਨਾਂ ਦੇ ਵਾਸਤੇ ਚੰਗੇ ਘੋੜੇ ਵੀ ਲੈ ਕੇ ਜਾਓ। ਅਪਰ ਉਪਾਇਨ ਅਰਪਹ ਬਾਹੋ। ਹੋਰ ਉਹਨਾਂ ਨੂੰ ਭੇਟਾਵਾਂ ਵੀ ਅਰਪਣ ਚੰਗੀਆਂ ਕਰਨੀਆਂ, ਵਸਤਰ ਵੀ ਚੰਗੇ, ਸ਼ਸਤਰ ਵੀ ਚੰਗੇ, ਤੇ ਨਜ਼ਰਾਨੇ ਸੋਨੇ ਚਾਂਦੀ ਦੇ ਵਧੀਆ ਵਧੀਆ ਬਣਾਏ ਹੋਏ ਕੋਈ ਗਹਿਣੇ ਆਦਿਕ ਗੁਰੂ ਸਾਹਿਬ ਨੂੰ ਭੇਟਾ ਕਰੋ। ਦਰਬ ਪਟੰਬਰ ਅਰ ਪਸ਼ਮੰਬਰ। ਪਸ਼ਮੀਨੇ ਦੇ ਤੇ ਬਹੁਤ ਕੀਮਤੀ ਰੇਸ਼ਮ ਦੇ ਕੱਪੜੇ ਗੁਰੂ ਸਾਹਿਬ ਦੇ ਵਾਸਤੇ, ਉਹਨਾਂ ਦੇ ਦਰਬਾਰ ਵਾਸਤੇ ਚੰਦੋਏ ਵਗੈਰਾ ਚੰਗੀਆਂ ਚੰਗੀਆਂ ਚੀਜ਼ਾਂ ਤੋਹਫੇ 'ਚ ਲੈ ਕੇ ਜਾਓ। ਬਰਨ ਬਰਨ ਕੇ ਬਹੁਬਰ ਅੰਬਰ। ਬਹੁਤ ਰੰਗ ਰੰਗ ਦੇ ਕੱਪੜੇ ਸੋਹਣੇ ਲੈ ਕੇ ਜਾਓ। ਪ੍ਰਥਮ ਪ੍ਰਸੰਨ ਕਰ ਹੋ ਸਭ ਰੀਤ। ਪਹਿਲਾਂ ਉਹਨਾਂ ਨੂੰ ਖੁਸ਼ ਕਰਿਆ ਜੇ, ਕਿਉਂਕਿ ਮਹਾਂਪੁਰਸ਼ਾਂ ਨੂੰ ਕੋਈ ਵੀ ਕੰਮ ਕਹਿਣਾ ਹੋਵੇ ਪਹਿਲਾਂ ਉਹਨਾਂ ਨੂੰ ਖੁਸ਼ ਕਰੀਦਾ ਹੈ, ਫਿਰ ਬੇਨਤੀ ਕਰੀਦੀ ਹੈ। ਹਾਂਜੀ, ਬਿਨਤੀ ਭਨ ਹੋ ਠਾਨ ਮਨ ਪ੍ਰੀਤ। ਮਨ ਦੇ ਨਾਲ ਬੇਨਤੀ ਕਰੋ ਵੀ ਮਹਾਰਾਜ ਅਸੀਂ ਤੁਹਾਡੇ ਦਾਸ ਹਾਂ, ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰੋ, ਦਿੱਲੀ ਤਸ਼ਰੀਫ ਲਿਆਓ। ਰਾਜਾ ਜੈ ਸਿੰਘ ਤੁਹਾਡੇ ਚਰਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਸ਼ਾਹ ਦਿਸ਼ਾ ਤੇ ਅਰਦਸ਼ ਮੇਰੀ। ਬਾਦਸ਼ਾਹ ਵੱਲੋਂ ਵੀ ਤੇ ਮੇਰੇ ਵੱਲੋਂ ਵੀ ਬੇਨਤੀ ਕਰਨੀ ਗੁਰੂ ਜੀ ਨੂੰ ਦਿੱਲੀ ਆਉਣ ਦੀ। ਕਰੋ ਬੰਦਨਾ ਬਿਨੈ ਬਡੇਰੀ। ਔਰ ਬੇਨਤੀ ਕਰੋ, ਮੱਥਾ ਟੇਕੋ। ਏਕ ਬੇਰ ਚਲ ਦਰਸ਼ਨ ਦੀਜੈ। ਇੱਕ ਵਾਰੀ ਗੁਰੂ ਜੀ ਚੱਲ ਕੇ ਦਿੱਲੀ ਦਰਸ਼ਨ ਦਿਓ ਸਾਨੂੰ। ਸੰਗਤ ਪੂਰ ਮਨੋਰਥ ਕੀਜੈ। ਸਾਡੀ ਦਿੱਲੀ ਦੀ ਸੰਗਤ ਦੇ ਮਨੋਰਥ ਪੂਰੇ ਕਰੋ। ਜਿਸ ਬਿਦ ਕ੍ਰੋਧਹੀਨ ਔਰ ਹੋਇਆ ਕੈ। ਜਿਸ ਤਰ੍ਹਾਂ ਮਹਾਰਾਜ ਨਿਮਰਤਾ ਪਿਆਰ ਦੇ ਨਾਲ ਬੇਨਤੀ ਮੰਨ ਲੈਣ, ਗੁੱਸਾ ਨਾ ਕਰਨ, ਆਵਹਿ ਨਿਜ ਪ੍ਰਸੰਨਤਾ ਕਹਿ ਕੈ। ਔਰ ਆ ਕੇ ਸਾਨੂੰ ਖੁਸ਼ੀਆਂ ਦੇਣ। ਆਪਣੀ ਬੁੱਧ ਤੇ ਸੋ ਬਿਦ ਕਰੀਏ। हे ਵਜ਼ੀਰ ਜੀ, ਤੁਸੀਂ ਉਹ ਕੰਮ ਆਪਣੀ ਬੁੱਧੀ ਨਾਲ ਕਰਨਾ। ਏਦਾਂ ਸਾਧ ਸੰਗਤ ਜੀ ਰਾਜੇ ਨੇ ਆਪਣੇ ਮੰਤਰੀ ਨੂੰ ਸਿਖਾਇਆ ਹੈ। ਗਮਨ ਹਤ ਤੇ ਬਿਲਮ ਪਰ ਹਰੀਏ। ਕਹਿੰਦੇ ਉਹ ਨਾਲ ਕੁਝ ਬੰਦੇ ਲੈ ਕੇ ਜਾਓ, ਦੇਰੀ ਨਾ ਕਰੋ। ਇਮ ਰਾਜਾ ਜੈ ਸਿੰਘ ਸਵਾਈ। ਇਸ ਤਰ੍ਹਾਂ ਰਾਜਾ ਜੈ ਸਿੰਘ ਨੇ ਨੀਕੀ ਬਿਤਿਆਰੀ ਕਰਵਾਈ। ਚੰਗੀ ਤਰ੍ਹਾਂ ਤਿਆਰੀ ਕਰਾਈ ਹੈ, ਆਪਣੇ ਮੰਤਰੀ ਨੂੰ ਤਿਆਰ ਕੀਤਾ ਹੈ, ਨਾਲ ਬਹੁਤ ਸਿਆਣੇ ਸਿਆਣੇ ਹੋਰ ਬੰਦੇ ਨੌਕਰ ਚਾਕਰ ਲਾਓ, ਲਸ਼ਕਰ ਤਿਆਰ ਕੀਤਾ ਹੈ। ਤਈ ਉਪਾਇਨ ਰਚਰ ਮਹਾਨ। ਔਰ ਬੜੇ ਵਧੀਆ ਵਧੀਆ ਤੋਹਫੇ ਰਾਜੇ ਨੇ ਆਪਣੇ ਖਜ਼ਾਨੇ ਚੋਂ ਕੱਢ ਕੇ ਗੁਰੂ ਘਰ ਦੇ ਲਈ ਭੇਜੇ ਹਨ। ਕਰਿਓ ਪਠਾਵਨ ਨਿਜ ਪ੍ਰਧਾਨ। ਆਪਣੇ ਪ੍ਰਧਾਨ ਮੰਤਰੀ ਨੂੰ ਭੇਜਿਆ ਹੈ। ਸਨੇ ਸਨੇ ਮਾਰਗ ਚਲ ਪਰਿਓ। ਸਹਿਜੇ ਸਹਿਜੇ ਮੰਤਰੀ ਦਿੱਲੀ ਤੋਂ ਤੁਰ ਪਿਆ ਹੈ ਤੇ ਸਤਿਗੁਰਾਂ ਕੋਲ ਕੀਰਤਪੁਰ ਸਾਹਿਬ ਪਹੁੰਚਿਆ ਹੈ। ਪਸ਼ਚਮ ਦਿਸ਼ਮੁਖ ਸਨਮੁਖ ਕਰਿਓ। ਔਰ ਪੱਛਮ ਵਾਲੇ ਪਾਸੇ ਨੂੰ ਦਿੱਲੀ ਤੋਂ ਤੁਰ ਕੇ ਫਿਰ ਪੂਰਬ ਵਾਲੇ ਪਾਸੇ ਨੂੰ ਉੱਤਰ ਵਾਲੇ ਪਾਸੇ ਨੂੰ ਮੁੜ ਗਿਆ, ਭਾਵ ਕੀਰਤਪੁਰ ਸਾਹਿਬ ਪਹੁੰਚਿਆ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਾਇਆ ਤਾ ਅੰਧਕੂਪ ਮਹਾ ਪਿਆਰ, ਨਾਨਕ ਪਾਇ ਆਏ ਪ੍ਰਭ ਸਰਣਾਗਤੀ ਕਿਰਪਾ।